ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 10ਵੀਂ ਦੇ ਪਾਰਟ 1 ਤੋਂ ਪਾਰਟ 4 ਤੱਕ ਦੀ ਦੁਹਰਾਈ ਲੈ ਕੇ ਹਾਜ਼ਰ ਹੋਏ ਹਾਂ। ਸੋ ਇਹਨਾਂ 4 ਪਾਠਾਂ ਦੇ ਵਿੱਚ ਤੁਸੀਂ ਬਹੁਪਸੰਦੀ ਪ੍ਰਸ਼ਨ, ਸਹੀ ਗਲਤ, ਖਾਲੀ ਥਾਵਾਂ, ਪੂਰੇ ਨਾਮ ਲਿਖੋ, ਛੋਟੇ ਉੱਤਰ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰ ਵਾਲੇ ਪ੍ਰਸ਼ਨਾਂ ਨੂੰ ਅਸੀਂ ਇਸ ਵੀਡੀਓ ਰਾਹੀਂ ਕਵਰ ਕਰਾਂਗੇ। ਸੋ ਬੱਚੇ, ਜੇਕਰ ਤੁਸੀਂ ਹਜੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਆਓ ਅਸੀਂ ਹੁਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਹੁਣ ਅਸੀਂ ਪਾਰਟ ਨੰਬਰ 1 ਆਫਿਸ ਟੂਲ ਪਾਰਟ ਦਾ ਅਭਿਆਸ। ਇਸ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਹੈ ਬਹੁ ਵਿਕਲਪੀ ਪ੍ਰਸ਼ਨ। ਸਭ ਤੋਂ ਪਹਿਲਾਂ ਸਾਡੇ ਕੋਲ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਆਫਿਸ ਟੂਲ ਦੀ ਉਦਾਹਰਣ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ MS ਵਰਡ, ਗੂਗਲ ਸਲਾਈਡ, MS ਪਾਵਰਪੁਆਇੰਟ ਜਾਂ ਉਪਰੋਕਤ ਸਾਰੇ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ ਆਫਿਸ ਟੂਲ ਦੀਆਂ ਉਦਾਹਰਣ ਹਨ। ਦੂਸਰਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਵਰਡ ਪ੍ਰੋਸੈਸਰ ਦੀ ਉਦਾਹਰਣ ਹੈ। ਸਾਡੇ ਕੋਲ ਜੋ ਆਪਸ਼ਨ ਹੈ ਗੂਗਲ ਡਾਕਸ, ਗੂਗਲ ਸ਼ੀਟ, ਗੂਗਲ ਡਰਾਈਵ ਜਾਂ MS ਐਕਸਲ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਗੂਗਲ ਡਾਕਸ ਵਰਡ ਪ੍ਰੋਸੈਸਰ ਦੀ ਉਦਾਹਰਣ ਹੈ। ਤੀਸਰਾ ਸਾਡੇ ਕੋਲ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ। ਸਾਡੇ ਕੋਲ ਜੋ ਆਪਸ਼ਨ ਹੈ ਗੂਗਲ ਸਲਾਈਡ, ਗੂਗਲ ਡਾਕਸ, ਓਪਨ ਆਫਿਸ ਰਾਈਟਰ ਜਾਂ ਗੂਗਲ ਸ਼ੀਟ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਓਪਨ ਆਫਿਸ ਰਾਈਟਰ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ। ਚੌਥਾ ਸਾਡੇ ਕੋਲ ਪ੍ਰਸ਼ਨ ਹੈ, ਕਿਹੜੇ ਸੌਫਟਵੇਅਰ ਕੰਪਿਊਟਰ ਨੂੰ ਆਪਰੇਟ ਕਰਨ, ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ। ਸਾਡੇ ਕੋਲ ਇਸ ਦੇ ਆਪਸ਼ਨ ਹੈ ਐਪਲੀਕੇਸ਼ਨ ਸੌਫਟਵੇਅਰ, ਸਿਸਟਮ ਸੌਫਟਵੇਅਰ, ਗੂਗਲ ਦੇ ਆਨਲਾਈਨ ਆਫਿਸ ਟੂਲ ਜਾਂ ਉਪਰੋਕਤ ਸਾਰੇ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਸਿਸਟਮ ਸੌਫਟਵੇਅਰ ਕੰਪਿਊਟਰ ਨੂੰ ਆਪਰੇਟ ਕਰਨ, ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ। ਪੰਜਵੀਂ ਸਾਡੇ ਕੋਲ ਪ੍ਰਸ਼ਨ ਹੈ, ਡੈਸ਼ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕੋਈ ਵਿਸ਼ੇਸ਼ ਕੰਮ ਕਰਨ ਯੋਗ ਬਣਾਉਂਦੇ ਹਨ। ਸਾਡੇ ਕੋਲ ਇਸ ਆਪਸ਼ਨ ਹੈ ਸੌਫਟਵੇਅਰ, ਹਾਰਡਵੇਅਰ, ਭਾਸ਼ਾ ਟਰਾਂਸਲੇਟਰ ਜਾਂ ਪ੍ਰੋਗਰਾਮਿੰਗ ਭਾਸ਼ਾਵਾਂ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਸੌਫਟਵੇਅਰ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕੋਈ ਵਿਸ਼ੇਸ਼ ਕੰਮ ਕਰਨ ਯੋਗ ਬਣਾਉਂਦੇ ਹਨ। ਛੇਵਾਂ ਸਾਡੇ ਕੋਲ ਪ੍ਰਸ਼ਨ ਹੈ, ਐਨੀਵਨ ਵਿਦ ਦਾ ਲਿੰਕ ਆਪਸ਼ਨ ਸੈੱਟ ਕਰਨ ਤੋਂ ਬਾਅਦ ਅਸੀਂ ਗੂਗਲ ਡਾਕਸ ਵਿੱਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡ੍ਰੌਪ ਡਾਊਨ ਮੈਨੂ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਕਿਹੜੇ ਐਕਸੈਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ। ਸਾਡੇ ਕੋਲ ਇਹ ਆਪਸ਼ਨ ਹੈ ਦਰਸ਼ਕ, ਟਿੱਪਣੀਕਾਰ, ਐਡੀਟਰ ਜਾਂ ਉਪਰੋਕਤ ਸਾਰੇ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਐਨੀਵਨ ਵਿਦ ਦਾ ਲਿੰਕ ਆਪਸ਼ਨ ਸੈੱਟ ਕਰਨ ਤੋਂ ਬਾਅਦ ਅਸੀਂ ਗੂਗਲ ਡਾਕਸ ਵਿੱਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡ੍ਰੌਪ ਡਾਊਨ ਮੈਨੂ ਦੀ ਵਰਤੋਂ ਕਰਕੇ ਉਪਰੋਕਤ ਸਾਰੇ ਐਕਸੈਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਖਾਲੀ ਥਾਵਾਂ ਭਰੋ। ਸਾਡੇ ਕੋਲ ਪਹਿਲੀ ਖਾਲੀ ਥਾਂ ਹੈ, ਐਪਲੀਕੇਸ਼ਨ ਸੌਫਟਵੇਅਰ ਨੂੰ ਡੈਸ਼ ਵੀ ਕਿਹਾ ਜਾਂਦਾ ਹੈ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਐਪਲੀਕੇਸ਼ਨ ਸੌਫਟਵੇਅਰ ਨੂੰ ਐਂਡ ਯੂਜ਼ਰ ਸੌਫਟਵੇਅਰ ਜਾਂ ਐਪਲੀਕੇਸ਼ਨ ਵੀ ਕਿਹਾ ਜਾਂਦਾ ਹੈ। ਦੂਸਰੀ ਸਾਡੇ ਕੋਲ ਖਾਲੀ ਥਾਂ ਹੈ, ਸਿਸਟਮ ਸੌਫਟਵੇਅਰ ਆਮ ਤੌਰ ਤੇ ਡੈਸ਼ ਲੈਵਲ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਸਿਸਟਮ ਸੌਫਟਵੇਅਰ ਆਮ ਤੌਰ ਤੇ ਲੋ ਲੈਵਲ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ। ਤੀਸਰਾ ਪ੍ਰਸ਼ਨ ਹੈ, ਵੱਖ-ਵੱਖ ਤਰ੍ਹਾਂ ਦੇ ਆਫਿਸ ਟੂਲ ਡੈਸ਼ ਸੌਫਟਵੇਅਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਵੱਖ-ਵੱਖ ਤਰ੍ਹਾਂ ਦੇ ਆਫਿਸ ਟੂਲ ਐਪਲੀਕੇਸ਼ਨ ਸੌਫਟਵੇਅਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਚੌਥਾ ਸਾਡੇ ਕੋਲ ਪ੍ਰਸ਼ਨ ਹੈ, ਡੈਸ਼ ਇੱਕ ਅਜਿਹਾ ਸੌਫਟਵੇਅਰ ਹੈ ਜੋ ਟੈਬਲੇਟ ਡਾਟਾ ਨੂੰ ਆਸਾਨੀ ਨਾਲ ਪ੍ਰੋਸੈਸ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਦੀ ਆਗਿਆ ਦਿੰਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਸਪਰੈਡਸ਼ੀਟ ਸੌਫਟਵੇਅਰ ਇੱਕ ਅਜਿਹਾ ਸੌਫਟਵੇਅਰ ਹੈ ਜੋ ਟੈਬਲੇਟ ਡਾਟਾ ਨੂੰ ਆਸਾਨੀ ਨਾਲ ਪ੍ਰੋਸੈਸ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਦੀ ਆਗਿਆ ਦਿੰਦਾ ਹੈ। ਪੰਜਵਾਂ ਸਾਡੇ ਕੋਲ ਪ੍ਰਸ਼ਨ ਹੈ, ਡੈਸ਼ ਇੱਕ ਮੁਫਤ ਆਨਲਾਈਨ ਵਰਡ ਪ੍ਰੋਸੈਸਰ ਹੈ। ਸਾਡੇ ਕੋਲ ਸਹੀ ਉੱਤਰ ਹੈ ਗੂਗਲ ਡਾਕਸ ਇੱਕ ਮੁਫਤ ਆਨਲਾਈਨ ਵਰਡ ਪ੍ਰੋਸੈਸਰ ਸੌਫਟਵੇਅਰ ਹੈ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਆਫਿਸ ਟੂਲ ਦੀ ਪਰਿਭਾਸ਼ਾ ਦਿਓ। ਸੋ ਆਫਿਸ ਟੂਲ ਸੌਫਟਵੇਅਰ ਉਹ ਪ੍ਰੋਗਰਾਮ ਹੁੰਦੇ ਹਨ ਜੋ ਯੂਜ਼ਰ ਨੂੰ ਡਾਕੂਮੈਂਟ, ਡਾਟਾਬੇਸ, ਗ੍ਰਾਫਿਕ, ਵਰਕਸ਼ੀਟਾਂ ਅਤੇ ਪ੍ਰੈਜ਼ੈਂਟੇਸ਼ਨ ਵਰਗੀਆਂ ਚੀਜ਼ਾਂ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਬਹੁਤ ਸਾਰੇ ਆਫਿਸ ਟੂਲ ਨੂੰ ਵਪਾਰਿਕ ਵਰਤੋਂ ਲਈ ਵਰਤਿਆ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ, ਐਪਲੀਕੇਸ਼ਨ ਸੌਫਟਵੇਅਰ ਕੀ ਹੁੰਦੇ ਹਨ। ਸੋ ਐਪਲੀਕੇਸ਼ਨ ਸੌਫਟਵੇਅਰ ਉਹ ਸੌਫਟਵੇਅਰ ਹੁੰਦੇ ਹਨ ਜਿਸ ਦਾ ਸੰਬੰਧ ਸਿੱਧਾ ਯੂਜ਼ਰ ਨਾਲ ਹੁੰਦਾ ਹੈ
ਅਤੇ ਜਿਸ ਨੂੰ ਕਿਸੇ ਖਾਸ ਕੰਮ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਜ਼ਰੂਰੀ ਕੰਮ ਕਰ ਸਕਦਾ ਹੈ। ਐਪਲੀਕੇਸ਼ਨ ਸੌਫਟਵੇਅਰ ਨੂੰ ਐਂਡ ਯੂਜ਼ਰ ਸੌਫਟਵੇਅਰ ਵੀ ਕਿਹਾ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਲੋੜੀਂਦਾ ਕੰਮ ਕਰ ਸਕਦਾ ਹੈ, ਜਿਵੇਂ ਕਿ ਟਾਈਪਿੰਗ ਅਤੇ ਐਡੀਟਿੰਗ ਲਈ ਵਰਡ ਪ੍ਰੋਸੈਸਰ ਪ੍ਰੋਗਰਾਮ, ਫੋਟੋ ਐਡੀਟਿੰਗ ਲਈ ਐਡੋਬ ਫੋਟੋਸ਼ਾਪ, ਅਕਾਊਂਟਿੰਗ ਦੇ ਕੰਮਾਂ ਲਈ ਟੈਲੀ ਸੌਫਟਵੇਅਰ ਆਦਿ। ਤੀਸਰਾ ਪ੍ਰਸ਼ਨ ਹੈ, ਵਰਡ ਪ੍ਰੋਸੈਸਰ ਟੂਲ ਦੀਆਂ ਕੁਝ ਉਦਾਹਰਨਾਂ ਲਿਖੋ। ਸੋ ਕੁਝ ਵਰਡ ਪ੍ਰੋਸੈਸਰ ਟੂਲ ਦੀਆਂ ਸਾਡੇ ਕੋਲ ਉਦਾਹਰਨਾਂ ਹੇਠ ਲਿਖੇ ਅਨੁਸਾਰ ਹਨ। ਜਿਸ ਵਿੱਚ ਪਹਿਲਾ ਹੈ MS ਵਰਡ, ਵਰਡਪੈਡ, ਵਰਡ ਪਰਫੈਕਟ, ਗੂਗਲ ਡਾਕਸ ਅਤੇ ਓਪਨ ਆਫਿਸ ਰਾਈਟਰ। ਚੌਥਾ ਪ੍ਰਸ਼ਨ ਹੈ, ਮਲਟੀਮੀਡੀਆ ਟੂਲ ਬਾਰੇ ਲਿਖੋ। ਸੋ ਮਲਟੀਮੀਡੀਆ ਇੱਕ ਤੋਂ ਵੱਧ ਮੀਡੀਆ ਦੇ ਸੁਮੇਲ ਨਾਲ ਬਣਦਾ ਹੈ। ਮਲਟੀਮੀਡੀਆ ਦੇ 5 ਮੁੱਖ ਤੱਤ ਹੁੰਦੇ ਹਨ: ਟੈਕਸਟ, ਪਿਕਚਰ, ਆਡੀਓ, ਵੀਡੀਓ ਅਤੇ ਐਨੀਮੇਸ਼ਨ। ਮਲਟੀਮੀਡੀਆ ਸੌਫਟਵੇਅਰ ਯੂਜ਼ਰ ਨੂੰ ਇਹਨਾਂ ਤੱਤਾਂ ਦੀ ਵਰਤੋਂ ਨਾਲ ਆਡੀਓ, ਵੀਡੀਓ ਫਾਈਲਾਂ ਬਣਾਉਣ ਵਿੱਚ ਮਦਦ ਕਰਦੇ ਹਨ। ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਮਲਟੀਮੀਡੀਆ ਟੂਲ ਦੇ ਮੁੱਖ ਉਦਾਹਰਣ ਹਨ। ਪੰਜਵਾਂ ਪ੍ਰਸ਼ਨ ਹੈ, ਗੂਗਲ ਡਾਕਸ ਦਾ ਵਰਣਨ ਕਰੋ। ਸੋ ਗੂਗਲ ਡਾਕਸ ਇੱਕ ਮੁਫਤ ਆਨਲਾਈਨ ਵਰਡ ਪ੍ਰੋਸੈਸਰ ਹੈ, ਜਿਸ ਨੂੰ ਗੂਗਲ ਵੱਲੋਂ ਬਣਾਇਆ ਗਿਆ ਹੈ। ਗੂਗਲ ਡਾਕਸ ਡਾਕੂਮੈਂਟ ਬਣਾਉਣ, ਡਾਕੂਮੈਂਟ ਸ਼ੇਅਰ ਕਰਨ, ਡਾਕੂਮੈਂਟ ਇੰਪੋਰਟ ਕਰਨ ਅਤੇ ਡਾਕੂਮੈਂਟ ਐਡਿਟ ਕਰਨ ਲਈ ਇੱਕ ਵੈਬ ਆਧਾਰਿਤ ਡਾਕੂਮੈਂਟ ਮੈਨੇਜਮੈਂਟ ਐਪਲੀਕੇਸ਼ਨ ਹੈ। ਗੂਗਲ ਡਾਕਸ ਨੂੰ ਕੰਪਿਊਟਰ ਅਤੇ ਮੋਬਾਈਲ ਦੋਨਾਂ ਵਿੱਚ ਵਰਤਿਆ ਜਾ ਸਕਦਾ ਹੈ ਅਤੇ ਇਹ MS ਵਰਡ ਵਾਂਗ ਕੰਮ ਕਰਦਾ ਹੈ ਅਤੇ ਇਸ ਨੂੰ ਨਿੱਜੀ ਅਤੇ ਬਿਜ਼ਨਸ ਦੋਨਾਂ ਤਰ੍ਹਾਂ ਦੇ ਯੂਜ਼ਰ ਵਰਤ ਸਕਦੇ ਹਨ। ਗੂਗਲ ਡਾਕਸ ਵਿੱਚ ਤਿਆਰ ਕੀਤੀ ਗਈ ਫਾਈਲਾਂ ਨੂੰ ਸਾਰੇ ਮੁੱਖ ਫਾਈਲ ਫਾਰਮੈਟ ਜਿਵੇਂ ਕਿ .docx, .pdf, .odt, .rtf, .txt ਅਤੇ .html ਵਿੱਚ ਐਕਸਪੋਰਟ ਕੀਤਾ ਜਾ ਸਕਦਾ ਹੈ। ਗੂਗਲ ਡਾਕਸ ਵਿੱਚ ਤਿਆਰ ਕੀਤੀ ਗਈ ਫਾਈਲ ਆਪਣੇ ਆਪ ਸੇਵ ਹੋ ਜਾਂਦੀ ਹੈ ਅਤੇ ਅਸੀਂ ਗੂਗਲ ਡਾਕਸ ਨੂੰ ਆਨਲਾਈਨ ਅਤੇ ਆਫਲਾਈਨ ਦੋਨਾਂ ਤਰ੍ਹਾਂ ਵਰਤ ਸਕਦੇ ਹਾਂ। ਸੋ ਹੁਣ ਅਸੀਂ ਇਸ ਪਾਠ ਦੇ ਵੱਡੇ ਉਚਾਰ ਵਾਲੇ ਪ੍ਰਸ਼ਨ ਪੜਾਂਗੇ। ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਸੌਫਟਵੇਅਰ ਕੀ ਹੁੰਦੇ ਹਨ? ਵੱਖ-ਵੱਖ ਕਿਸਮਾਂ ਦੇ ਸੌਫਟਵੇਅਰ ਦਾ ਵਰਣਨ ਕਰੋ। ਸੋ ਹਦਾਇਤਾਂ ਦੀ ਲੜੀ ਨੂੰ ਪ੍ਰੋਗਰਾਮ ਅਤੇ ਪ੍ਰੋਗਰਾਮਾਂ ਦੀ ਲੜੀ ਨੂੰ ਸੌਫਟਵੇਅਰ ਕਿਹਾ ਜਾਂਦਾ ਹੈ। ਸੌਫਟਵੇਅਰ ਯੂਜ਼ਰ ਲਈ ਕੁਝ ਖਾਸ ਕੰਮ ਕਰਨ ਦੇ ਸਮਰੱਥ ਅਤੇ ਕੰਪਿਊਟਰ ਨੂੰ ਆਪਰੇਟ ਕਰਨ ਲਈ ਵਰਤੇ ਜਾਂਦੇ ਹਨ। ਸੌਫਟਵੇਅਰ ਰਾਹੀਂ ਹੀ ਕੰਪਿਊਟਰ ਸਿਸਟਮ ਦੇ ਸਾਰੇ ਉਪਕਰਣਾਂ ਨੂੰ ਨਿਰਦੇਸ਼ ਦਿੱਤੇ ਜਾ ਸਕਦੇ ਹਨ ਕਿ ਕੀ ਕਰਨਾ ਹੈ ਅਤੇ ਕਿਸ ਕੰਮ ਨੂੰ ਕਿਵੇਂ ਕਰਨਾ ਹੈ। ਸੋ ਹਾਰਡਵੇਅਰ ਅਤੇ ਸੌਫਟਵੇਅਰ ਆਪਸੀ ਤਾਲਮੇਲ ਨਾਲ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਕੰਮ ਕਰਦੇ ਹਨ ਅਤੇ ਸੌਫਟਵੇਅਰ ਤੋਂ ਬਿਨਾਂ ਯੂਜ਼ਰ ਦੁਆਰਾ ਕੰਪਿਊਟਰ ਉੱਪਰ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ। ਸੌਫਟਵੇਅਰ ਦੋ ਕਿਸਮਾਂ ਦੇ ਹੁੰਦੇ ਹਨ, ਪਹਿਲਾ ਸਿਸਟਮ ਸੌਫਟਵੇਅਰ, ਦੂਜਾ ਐਪਲੀਕੇਸ਼ਨ ਸੌਫਟਵੇਅਰ। ਸਭ ਤੋਂ ਪਹਿਲਾਂ ਅਸੀਂ ਸਿਸਟਮ ਸੌਫਟਵੇਅਰ ਜਾਣ ਲੈਂਦੇ ਹਾਂ। ਸਿਸਟਮ ਸੌਫਟਵੇਅਰ ਉਹ ਸੌਫਟਵੇਅਰ ਹੁੰਦੇ ਹਨ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਮੈਨੇਜ ਅਤੇ ਕੰਟਰੋਲ ਕਰਦੇ ਹਨ ਅਤੇ ਇਹਨਾਂ ਕਰਕੇ ਹੀ ਐਪਲੀਕੇਸ਼ਨ ਸੌਫਟਵੇਅਰ ਕੰਪਿਊਟਰ ਵਿੱਚ ਕੰਮ ਕਰ ਪਾਉਂਦੇ ਹਨ। ਸਿਸਟਮ ਸੌਫਟਵੇਅਰ ਦਾ ਸੰਬੰਧ ਸਿੱਧਾ ਹਾਰਡਵੇਅਰ ਨਾਲ ਹੁੰਦਾ ਹੈ ਅਤੇ ਸਿੱਧੇ ਤੌਰ ਤੇ ਹਾਰਡਵੇਅਰ ਨਾਲ ਗੱਲਬਾਤ ਕਰਕੇ ਯੂਜ਼ਰ ਦੀ ਭਾਸ਼ਾ ਅਤੇ ਹਦਾਇਤਾਂ ਨੂੰ ਕੰਪਿਊਟਰ ਦੇ ਹਾਰਡਵੇਅਰ ਨੂੰ ਸਮਝਾਉਣ ਦਾ ਕੰਮ ਕਰਦੇ ਹਨ। ਸਿਸਟਮ ਸੌਫਟਵੇਅਰ ਕੰਪਿਊਟਰ ਦੇ ਹਾਰਡਵੇਅਰ ਤੋਂ ਬਾਅਦ ਪਹਿਲੀ ਲੇਅਰ ਦਾ ਸੌਫਟਵੇਅਰ ਹੁੰਦਾ ਹੈ ਜੋ ਕਿ ਯੂਜ਼ਰ ਅਤੇ ਕੰਪਿਊਟਰ ਸਿਸਟਮ ਵਿਚਕਾਰ ਤਾਲਮੇਲ ਕਰਵਾਉਂਦਾ ਹੈ। ਸਿਸਟਮ ਸੌਫਟਵੇਅਰ ਤੋਂ ਬਿਨਾਂ ਕੰਪਿਊਟਰ ਸਿਰਫ ਇੱਕ ਹਾਰਡਵੇਅਰ ਹੈ ਜਿਸ ਨੂੰ ਵਰਤ ਸਕਣਾ ਮੁਸ਼ਕਲ ਹੈ। ਸਿਸਟਮ ਸੌਫਟਵੇਅਰ ਲੋ ਲੈਵਲ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ, ਅਸੈਂਬਲੀ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ ਅਤੇ ਇਹਨਾਂ ਲੋ ਲੈਵਲ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਮੁੱਢਲੇ ਪੱਧਰ ਤੇ ਹਾਰਡਵੇਅਰ ਨਾਲ ਸੰਚਾਰ ਕਰਨ ਦੀ ਸਮਰੱਥਾ ਹੁੰਦੀ ਹੈ। ਸਿਸਟਮ ਸੌਫਟਵੇਅਰ ਦੀਆਂ ਕੁਝ ਉਦਾਹਰਨਾਂ ਹਨ ਜਿਵੇਂ ਕਿ ਫਰਮਵੇਅਰ, ਆਪਰੇਟਿੰਗ ਸਿਸਟਮ, ਯੂਟਿਲਿਟੀ ਸੌਫਟਵੇਅਰ, ਡਿਵਾਈਸ ਡਰਾਈਵਰ, ਭਾਸ਼ਾ ਅਨੁਵਾਦਕ ਆਦਿ। ਅਤੇ ਇਸ ਦੀ ਦੂਸਰੀ ਕਿਸਮ ਹੈ ਐਪਲੀਕੇਸ਼ਨ ਸੌਫਟਵੇਅਰ। ਐਪਲੀਕੇਸ਼ਨ ਸੌਫਟਵੇਅਰ ਉਹ ਸੌਫਟਵੇਅਰ ਹੁੰਦੇ ਹਨ ਜਿਸ ਦਾ ਸੰਬੰਧ ਸਿੱਧਾ ਯੂਜ਼ਰ ਨਾਲ ਹੁੰਦਾ ਹੈ ਅਤੇ ਜਿਸ ਨੂੰ ਕਿਸੇ ਖਾਸ ਕੰਮ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਜ਼ਰੂਰੀ ਕੰਮ ਕਰ ਸਕਦਾ ਹੈ। ਐਪਲੀਕੇਸ਼ਨ ਸੌਫਟਵੇਅਰ ਨੂੰ ਐਂਡ ਯੂਜ਼ਰ ਸੌਫਟਵੇਅਰ ਵੀ ਕਿਹਾ ਜਾਂਦਾ ਹੈ, ਜਿਸ ਤੇ ਯੂਜ਼ਰ ਆਪਣਾ ਲੋੜੀਂਦਾ ਕੰਮ ਕਰ ਸਕਦਾ ਹੈ, ਜਿਵੇਂ ਕਿ ਟਾਈਪਿੰਗ ਅਤੇ ਐਡੀਟਿੰਗ ਲਈ ਵਰਡ ਪ੍ਰੋਸੈਸਰ ਪ੍ਰੋਗਰਾਮ, ਫੋਟੋ ਐਡੀਟਿੰਗ ਲਈ ਐਡੋਬ ਫੋਟੋਸ਼ਾਪ, ਅਕਾਊਂਟਿੰਗ ਦੇ ਕੰਮਾਂ ਲਈ ਟੈਲੀ ਸੌਫਟਵੇਅਰ ਆਦਿ ਦੀ ਵਰਤੋਂ ਕਰ ਸਕਦਾ ਹੈ। ਦੂਜਾ ਸਾਡੇ ਕੋਲ ਪ੍ਰਸ਼ਨ ਹੈ, ਆਨਲਾਈਨ ਆਫਿਸ ਟੂਲ ਦੀ ਵਰਤੋਂ ਦੇ ਲਾਭ ਅਤੇ ਹਾਨੀਆਂ ਲਿਖੋ। ਸਭ ਤੋਂ ਪਹਿਲਾਂ ਅਸੀਂ ਆਨਲਾਈਨ ਆਫਿਸ ਟੂਲ ਦੀ ਵਰਤੋਂ ਦੇ ਲਾਭ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਪੁਆਇੰਟ ਹੈ, ਆਨਲਾਈਨ ਆਫਿਸ ਟੂਲ ਦੀ ਵਰਤੋਂ ਕੰਪਿਊਟਰ ਅਤੇ ਇੰਟਰਨੈਟ ਕਨੈਕਸ਼ਨ ਹੋਣ ਤੇ ਯੂਜ਼ਰ ਵੱਲੋਂ ਬਿਨਾਂ ਕੋਈ ਖਰਚ ਕੀਤੀ ਜਾ ਸਕਦੀ ਹੈ। ਦੂਸਰਾ ਪੁਆਇੰਟ, ਆਨਲਾਈਨ ਆਫਿਸ ਟੂਲ ਨੂੰ ਕੰਪਿਊਟਰ ਵਿੱਚ ਡਾਊਨਲੋਡ ਜਾਂ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ। ਤੀਸਰਾ, ਆਨਲਾਈਨ ਆਫਿਸ ਟੂਲ ਨੂੰ ਘੱਟ ਤੋਂ ਘੱਟ ਹਾਰਡਵੇਅਰ ਜ਼ਰੂਰਤਾਂ ਨਾਲ ਕਿਸੇ ਵੀ ਕੰਪਿਊਟਰ ਤੇ ਚਲਾਇਆ ਜਾ ਸਕਦਾ ਹੈ।
ਚੌਥਾ, ਆਨਲਾਈਨ ਆਫਿਸ ਟੂਲ ਵਿੱਚ ਤਿਆਰ ਕੀਤੀਆਂ ਗਈਆਂ ਫਾਈਲਾਂ ਨੂੰ ਸਾਂਝਾ ਵੀ ਕੀਤਾ ਜਾ ਸਕਦਾ ਹੈ। ਪੰਜਵਾਂ, ਆਨਲਾਈਨ ਆਫਿਸ ਟੂਲ ਸੌਫਟਵੇਅਰ ਐਜ਼ ਅ ਸਰਵਿਸ ਦੇ ਤੌਰ ਤੇ ਵਰਤੇ ਜਾਂਦੇ ਹਨ, ਜਿਸ ਕਰਕੇ ਇਹਨਾਂ ਨੂੰ ਖਰੀਦਣ ਜਾਂ ਅਪਗ੍ਰੇਡ ਕਰਵਾਉਣ ਦੀ ਲੋੜ ਨਹੀਂ ਪੈਂਦੀ। ਛੇਵਾਂ, ਆਨਲਾਈਨ ਟੂਲ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਪੋਰਟੇਬਲ ਹੁੰਦੇ ਹਨ ਅਤੇ ਇਹਨਾਂ ਨੂੰ ਕਿਸੇ ਵੀ ਕੰਪਿਊਟਰ ਡਿਵਾਈਸ ਤੋਂ ਇੰਟਰਨੈਟ ਦੀ ਮਦਦ ਨਾਲ ਦੇਖਿਆ ਜਾਂ ਐਡਿਟ ਕੀਤਾ ਜਾ ਸਕਦਾ ਹੈ। ਸੱਤਵਾਂ, ਆਨਲਾਈਨ ਆਫਿਸ ਟੂਲ ਰਾਹੀਂ ਬਣਾਏ ਗਏ ਡਾਕੂਮੈਂਟ ਰਿਮੋਟ ਸਰਵਰਸ ਤੇ ਸੁਰੱਖਿਅਤ ਤੌਰ ਤੇ ਸਟੋਰ ਰਹਿੰਦੇ ਹਨ। ਅੱਗੇ ਸਾਡੇ ਕੋਲ ਆਨਲਾਈਨ ਆਫਿਸ ਟੂਲ ਦੀਆਂ ਹਾਨੀਆਂ। ਇਸ ਦੀ ਪਹਿਲੀ ਹਾਨੀ, ਆਨਲਾਈਨ ਟੂਲ ਨੂੰ ਐਕਸੈਸ ਕਰਨ ਲਈ ਸੰਬੰਧਿਤ ਐਪ ਨੂੰ ਰਿਮੋਟ ਸਰਵਰ ਜਾਂ ਨੈਟਵਰਕ ਨਾਲ ਕਨੈਕਟੀਵਿਟੀ ਦੀ ਲੋੜ ਪੈਂਦੀ ਹੈ ਅਤੇ ਨੈਟਵਰਕ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਐਪਸ ਦੇ ਕੰਟੈਂਟ ਨੂੰ ਵਰਤਿਆ ਨਹੀਂ ਜਾ ਸਕਦਾ। ਦੂਜਾ, ਆਨਲਾਈਨ ਟੂਲ ਨੂੰ ਵਰਤਣ ਲਈ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਦੀ ਲੋੜ ਪੈਂਦੀ ਹੈ, ਨਹੀਂ ਤਾਂ ਯੂਜ਼ਰ ਨੂੰ ਇਹਨਾਂ ਐਪਸ ਨੂੰ ਵਰਤਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਤੀਜਾ, ਆਫਲਾਈਨ ਟੂਲ ਦੇ ਮੁਕਾਬਲੇ ਆਨਲਾਈਨ ਟੂਲ ਵਿੱਚ ਐਡਵਾਂਸ ਵਿਸ਼ੇਸ਼ਤਾਵਾਂ ਘੱਟ ਹੁੰਦੀਆਂ ਹਨ। ਚੌਥਾ, ਆਨਲਾਈਨ ਆਫਿਸ ਟੂਲ ਨੂੰ ਲੰਮੇ ਸਮੇਂ ਤੱਕ ਵਰਤਣ ਲਈ ਇਸ ਦਾ ਸਬਸਕ੍ਰਿਪਸ਼ਨ ਖਰਚਾ ਕਰਨਾ ਪੈਂਦਾ ਹੈ, ਜੋ ਕਿ ਕਈ ਵਾਰ ਆਫਲਾਈਨ ਆਫਿਸ ਟੂਲ ਦੀ ਖਰੀਦ ਮੁੱਲ ਤੋਂ ਜ਼ਿਆਦਾ ਵੀ ਹੋ ਸਕਦਾ ਹੈ। ਪੰਜਵਾਂ, ਸੌਫਟਵੇਅਰ ਵਿੱਚ ਨਵੀਂ ਅਪਡੇਟ ਆਉਣ ਤੇ ਯੂਜ਼ਰ ਨੂੰ ਨਵੀਂ ਅਪਡੇਟ ਵਾਲਾ ਸੌਫਟਵੇਅਰ ਵਰਤਣਾ ਪੈਂਦਾ ਹੈ, ਚਾਹੇ ਉਹ ਯੂਜ਼ਰ ਨੂੰ ਪਸੰਦ ਆਵੇ ਜਾਂ ਨਾ ਆਵੇ। ਛੇਵਾਂ, ਆਨਲਾਈਨ ਆਫਿਸ ਟੂਲ ਵਿੱਚ ਯੂਜ਼ਰ ਨੂੰ ਆਪਣੇ ਡਾਕੂਮੈਂਟ ਦੀ ਸੁਰੱਖਿਆ ਅਤੇ ਗੋਪਨੀਯਤਾ ਲਈ ਸੇਵਾ ਪ੍ਰਦਾਨ ਕਰਨ ਵਾਲੇ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਆਫਲਾਈਨ ਅਤੇ ਆਨਲਾਈਨ ਆਫਿਸ ਟੂਲ ਦੀ ਤੁਲਨਾ ਕਰੋ। ਆਫਲਾਈਨ ਤੇ ਆਨਲਾਈਨ ਆਫਿਸ ਟੂਲ ਤੁਲਨਾ ਹੇਠ ਲਿਖੇ ਅਨੁਸਾਰ ਹੈ। ਇਸ ਵਿੱਚ ਸਾਡੇ ਕੋਲ ਪਹਿਲਾ ਪੁਆਇੰਟ ਹੈ, ਆਫਲਾਈਨ ਆਫਿਸ ਟੂਲ ਦੀ ਵਰਤੋਂ ਲਈ ਕਿਸੇ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਪੈਂਦੀ, ਜਦਕਿ ਆਨਲਾਈਨ ਆਫਿਸ ਟੂਲ ਦੀ ਵਰਤੋਂ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਪੈਂਦੀ ਹੈ। ਦੂਜਾ ਪੁਆਇੰਟ, ਆਫਲਾਈਨ ਆਫਿਸ ਟੂਲ ਵਿੱਚ ਬਣੀਆਂ ਫਾਈਲਾਂ ਕੰਪਿਊਟਰ ਸਿਸਟਮ ਦੀ ਲੋਕਲ ਸਟੋਰੇਜ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ, ਜਦਕਿ ਆਨਲਾਈਨ ਆਫਿਸ ਟੂਲ ਵਿੱਚ ਬਣੀਆਂ ਫਾਈਲਾਂ ਕਲਾਊਡ ਸਟੋਰੇਜ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ। ਤੀਜਾ ਪੁਆਇੰਟ, ਆਫਲਾਈਨ ਆਫਿਸ ਟੂਲ ਵਿੱਚ ਫਾਈਲਾਂ ਉਸ ਕੰਪਿਊਟਰ ਵਿੱਚ ਹੀ ਵਰਤੀਆਂ ਜਾ ਸਕਦੀਆਂ ਹਨ ਜਿੱਥੇ ਉਹਨਾਂ ਨੂੰ ਸਟੋਰ ਕੀਤਾ ਗਿਆ ਹੁੰਦਾ ਹੈ, ਜਦਕਿ ਆਨਲਾਈਨ ਆਫਿਸ ਟੂਲ ਵਿੱਚ ਫਾਈਲਾਂ ਆਨਲਾਈਨ ਸਰਵਰ ਤੇ ਹੋਣ ਕਰਕੇ ਇਸ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਵਰਤਿਆ ਜਾ ਸਕਦਾ ਹੈ। ਚੌਥਾ ਪੁਆਇੰਟ ਹੈ, ਆਫਲਾਈਨ ਆਫਿਸ ਟੂਲ ਵਿੱਚ ਫਾਈਲਾਂ ਨੂੰ ਸਿੱਧੇ ਤੌਰ ਤੇ ਸ਼ੇਅਰ ਨਹੀਂ ਕੀਤਾ ਜਾ ਸਕਦਾ, ਇਸ ਦੇ ਲਈ ਥਰਡ ਪਾਰਟੀ ਟੂਲ ਦੀ ਵਰਤੋਂ ਕਰਨੀ ਪੈਂਦੀ ਹੈ, ਜਦਕਿ ਆਨਲਾਈਨ ਆਫਿਸ ਟੂਲ ਵਿੱਚ ਫਾਈਲਾਂ ਨੂੰ ਆਨਲਾਈਨ ਸਟੋਰੇਜ ਮੀਡੀਆ ਤੇ ਸਟੋਰ ਅਤੇ ਦੁਨੀਆ ਦੇ ਕਿਸੇ ਵੀ ਜਗ੍ਹਾ ਤੇ ਸ਼ੇਅਰ ਅਤੇ ਵਰਤਿਆ ਜਾ ਸਕਦਾ ਹੈ। ਪੰਜਵਾਂ ਪੁਆਇੰਟ ਹੈ, ਆਫਲਾਈਨ ਆਫਿਸ ਟੂਲ ਵਿੱਚ ਬਣਾਈਆਂ ਗਈਆਂ ਫਾਈਲਾਂ ਤੇ ਇੱਕ ਸਮੇਂ ਇੱਕ ਤੋਂ ਜ਼ਿਆਦਾ ਵਿਅਕਤੀ ਕੰਮ ਨਹੀਂ ਕਰ ਸਕਦੇ, ਜਦਕਿ ਆਨਲਾਈਨ ਆਫਿਸ ਟੂਲ ਵਿੱਚ ਬਣਾਈਆਂ ਗਈਆਂ ਫਾਈਲਾਂ ਤੇ ਇੱਕ ਸਮੇਂ ਇੱਕ ਤੋਂ ਜ਼ਿਆਦਾ ਵਿਅਕਤੀ ਕੰਮ ਕਰ ਸਕਦੇ ਹਨ। ਛੇਵਾਂ ਪੁਆਇੰਟ ਹੈ, ਆਫਲਾਈਨ ਆਫਿਸ ਟੂਲ ਦੀ ਉਦਾਹਰਨ ਹੈ MS ਵਰਡ, MS ਐਕਸਲ, MS ਪਾਵਰਪੁਆਇੰਟ ਆਦਿ, ਜਦਕਿ ਆਨਲਾਈਨ ਆਫਿਸ ਟੂਲ ਦੀ ਉਦਾਹਰਨਾਂ ਹਨ ਗੂਗਲ ਡਾਕਸ, ਗੂਗਲ ਸ਼ੀਟ, ਗੂਗਲ ਸਲਾਈਡ ਆਦਿ। ਹੁਣ ਅਸੀਂ ਪਾਰਟ ਨੰਬਰ 2 HTML ਭਾਗ 1 ਪਾਠ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਬਹੁ ਵਿਕਲਪੀ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, ਡੈਸ਼ ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਵਰਲਡ ਵਾਈਡ ਵੈਬ, ਵੈਬਸਾਈਟ, HTML ਜਾਂ ਹਾਈਪਰਟੈਕਸਟ, ਅਤੇ ਇਸ ਦਾ ਸਹੀ ਉੱਤਰ ਹੈ ਵਰਲਡ ਵਾਈਡ ਵੈਬ, ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ। ਦੂਸਰਾ ਸਾਡੇ ਕੋਲ ਪੁਆਇੰਟ ਹੈ, ਡੈਸ਼ ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜੇ ਵੈਬ ਪੇਜਾਂ ਦੇ ਲਿੰਕ ਮੌਜੂਦ ਹੁੰਦੇ ਹਨ। ਸੋ ਸਾਡੇ ਕੋਲ ਇਸਦੇ ਆਪਸ਼ਨ ਨੇ ਸਟੈਟਿਕ ਟੈਕਸਟ, ਹਾਈਪਰ ਟੈਕਸਟ, ਪਲੇਨ ਟੈਕਸਟ ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਦਾ ਸਹੀ ਉੱਤਰ ਹੈ ਹਾਈਪਰ ਟੈਕਸਟ ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜੇ ਵੈਬ ਪੇਜਾਂ ਦੇ ਲਿੰਕ ਮੌਜੂਦ ਹੁੰਦੇ ਹਨ। ਤੀਸਰਾ ਸਾਡੇ ਕੋਲ ਪ੍ਰਸ਼ਨ ਹੈ, HTML ਪ੍ਰੋਗਰਾਮ ਦੀ ਆਉਟਪੁੱਟ ਨੂੰ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ ਡੈਸ਼ ਵਿੱਚ ਓਪਨ ਕਰਨਾ ਪੈਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਨੇ ਟੈਕਸਟ ਐਡੀਟਰ, ਵਰਡ ਪ੍ਰੋਸੈਸਰ, ਫਾਈਲ ਐਕਸਪਲੋਰਰ ਜਾਂ ਵੈਬ ਬਰਾਊਜ਼ਰ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ HTML ਪ੍ਰੋਗਰਾਮ ਦੀ ਆਉਟਪੁੱਟ ਨੂੰ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ ਵੈਬ ਬਰਾਊਜ਼ਰ ਵਿੱਚ ਓਪਨ ਕਰਨਾ ਪੈਂਦਾ ਹੈ। ਚੌਥਾ ਪ੍ਰਸ਼ਨ ਹੈ, ਡੈਸ਼ ਦੀ ਵਰਤੋਂ HTML ਟੈਗ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਸਦੇ ਆਪਸ਼ਨ ਨੇ ਪੇਅਰ ਟੈਗ, ਅਨਪੇਅਰ ਟੈਗ, ਮੈਟਾਡਾਟਾ ਜਾਂ ਐਟਰੀਬਿਊਟ। ਸਾਡੇ ਕੋਲ ਸਹੀ ਉੱਤਰ ਹੈ
ਐਟਰੀਬਿਊਟ ਦੀ ਵਰਤੋਂ HTML ਟੈਗ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਪੰਜਵਾਂ ਪ੍ਰਸ਼ਨ ਹੈ, ਵੈਬ ਪੇਜ ਵਿੱਚ ਡੈਸ਼ ਟੈਗ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੋਲ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਟਾਈਟਲ ਟੈਗ, ਸੈਂਟਰ ਟੈਗ, ਮਾਰਕੀਓ ਟੈਗ ਜਾਂ ਸੁਪਰਸਕ੍ਰਿਪਟ ਟੈਗ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਵੈਬ ਪੇਜ ਵਿੱਚ ਮਾਰਕੀਓ ਟੈਗ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੋਲ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਖਾਲੀ ਥਾਵਾਂ ਭਰੋ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਪੇਅਰ ਟੈਗ ਨੂੰ ਡੈਸ਼ ਟੈਗ ਵੀ ਕਿਹਾ ਜਾਂਦਾ ਹੈ ਅਤੇ ਇਸਦਾ ਸਹੀ ਉੱਤਰ ਹੈ ਪੇਅਰ ਟੈਗ ਨੂੰ ਕੰਟੇਨਰ ਟੈਗ ਵੀ ਕਿਹਾ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ ਡੈਸ਼ ਭਾਗ ਵਿੱਚ ਉਹ ਸਾਰੇ ਕੰਟੈਂਟ ਸ਼ਾਮਲ ਹੁੰਦੇ ਹਨ ਜੋ ਵੈਬ ਪੇਜ ਉੱਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਸੋ ਇਸਦਾ ਸਹੀ ਉੱਤਰ ਹੈ ਬੋਰਡਰ ਭਾਗ ਵਿੱਚ ਉਹ ਸਾਰੇ ਕੰਟੈਂਟ ਸ਼ਾਮਲ ਹੁੰਦੇ ਹਨ ਜੋ ਵੈਬ ਪੇਜ ਉੱਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਤੀਸਰਾ ਪ੍ਰਸ਼ਨ ਹੈ ਡਾਕੂਮੈਂਟ ਟਾਈਪ HTML ਟੈਗ HTML ਦੇ ਡੈਸ਼ ਨੂੰ ਬਿਆਨ ਕਰਦਾ ਹੈ। ਸੋ ਇਸਦਾ ਸਹੀ ਉੱਤਰ ਹੈ ਡਾਕੂਮੈਂਟ ਟਾਈਪ HTML ਟੈਗ HTML ਦੇ ਵਰਜ਼ਨ 5 ਨੂੰ ਬਿਆਨ ਕਰਦਾ ਹੈ। ਚੌਥਾ ਸਾਡੇ ਕੋਲ ਪ੍ਰਸ਼ਨ ਹੈ ਡੈਸ਼ ਟੈਗ ਦੀ ਵਰਤੋਂ ਸਿੰਗਲ ਲਾਈਨ ਬ੍ਰੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਸਹੀ ਉੱਤਰ ਹੈ BR ਯਾਨੀ ਕਿ ਬ੍ਰੇਕ ਰੋ ਟੈਗ ਦੀ ਵਰਤੋਂ ਸਿੰਗਲ ਲਾਈਨ ਬ੍ਰੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਪੰਜਵਾਂ ਪ੍ਰਸ਼ਨ ਹੈ ਡੈਸ਼ ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਸਬਸਕ੍ਰਿਪਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦਾ ਸਹੀ ਉੱਤਰ ਹੈ SUB ਯਾਨੀ ਕਿ ਸਬਸਕ੍ਰਿਪਟ ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਸਬਸਕ੍ਰਿਪਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਛੇਵਾਂ ਸਾਡੇ ਕੋਲ ਪ੍ਰਸ਼ਨ ਹੈ ਡੈਸ਼ ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਬੈਕਗ੍ਰਾਉਂਡ ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਸਹੀ ਉੱਤਰ ਹੈ ਬੈਕਗ੍ਰਾਉਂਡ ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਬੈਕਗ੍ਰਾਉਂਡ ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਹੁਣ ਅਸੀਂ ਪੜਾਂਗੇ ਹੇਠਾਂ ਦਿੱਤੇ HTML ਟੈਗ ਦੇ ਪੂਰੇ ਨਾਮ ਲਿਖੋ, ਜਿਸ ਵਿੱਚ ਪਹਿਲਾ ਹੈ B ਦਾ ਪੂਰਾ ਨਾਮ ਹੈ ਬੋਲਡ ਟੈਗ, ਦੂਸਰਾ I ਦਾ ਪੂਰਾ ਨਾਮ ਹੈ ਇਟੈਲਿਕ ਟੈਗ, ਤੀਸਰਾ U ਦਾ ਪੂਰਾ ਨਾਮ ਹੈ ਅੰਡਰਲਾਈਨ ਟੈਗ, S ਦਾ ਪੂਰਾ ਨਾਮ ਹੈ ਸਟ੍ਰਾਈਕ ਥਰੂ ਟੈਗ, P ਦਾ ਪੂਰਾ ਨਾਮ ਹੈ ਪੈਰਾਗ੍ਰਾਫ ਟੈਗ, TT ਦਾ ਪੂਰਾ ਨਾਮ ਹੈ ਟੈਲੀ ਟਾਈਪ ਟੈਕਸਟ, HR ਦਾ ਪੂਰਾ ਨਾਮ ਹੈ ਹੋਰੀਜ਼ੋਨਟਲ ਰੂਲਰ ਟੈਗ, 8ਵਾਂ ਹੈ BR ਦਾ ਪੂਰਾ ਨਾਮ ਹੈ ਬ੍ਰੇਕ ਲਾਈਨ ਟੈਗ, 9ਵਾਂ ਹੈ ਸੁਪਰਸਕ੍ਰਿਪਟ ਦਾ ਪੂਰਾ ਨਾਮ ਹੈ ਸੁਪਰਸਕ੍ਰਿਪਟ, SUB ਦਾ ਪੂਰਾ ਨਾਮ ਹੈ ਸਬਸਕ੍ਰਿਪਟ। ਸੋ ਹੁਣ ਅਸੀਂ ਇਸ ਪਾਰਟ ਦੇ ਛੋਟੇ ਤਰ੍ਹਾਂ ਦੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ HTML ਕੀ ਹੈ। ਸੋ HTML ਦਾ ਪੂਰਾ ਨਾਮ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਹੈ ਅਤੇ ਇਸ ਦੀ ਵਰਤੋਂ ਵੈਬ ਪੇਜਾਂ ਨੂੰ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ। HTML ਸਾਨੂੰ ਟੈਕਸਟ, ਲਿਸਟਾਂ, ਇਮੇਜਸ, ਵੀਡੀਓ, ਆਡੀਓ, ਟੇਬਲ, ਫਰੇਮ, ਫਾਰਮ, ਹੈਡਿੰਗ ਆਦਿ ਨਾਲ ਵੈਬ ਪੰਨੇ ਬਣਾਉਣ ਦਾ ਇੱਕ ਸਾਧਨ ਪ੍ਰਦਾਨ ਕਰਦੀ ਹੈ। HTML ਦੇ ਵੈਬ ਪੇਜ ਵਿੱਚ ਦਿਖਾਈ ਦੇਣ ਵਾਲਾ ਸਾਰਾ ਕੁਝ ਵਿਸ਼ੇਸ਼ ਕਮਾਂਡਾਂ ਰਾਹੀਂ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਟੈਗ ਕਹਿੰਦੇ ਹਨ। HTML ਸਾਨੂੰ ਸਧਾਰਨ ਅਤੇ ਐਡਵਾਂਸ ਦੋਨਾਂ ਤਰ੍ਹਾਂ ਦੇ ਵੈਬ ਪੇਜਾਂ ਨੂੰ ਬਣਾਉਣ ਦੀ ਸਹੂਲਤ ਦਿੰਦਾ ਹੈ। ਦੂਜਾ ਪ੍ਰਸ਼ਨ ਹੈ HTML ਪ੍ਰੋਗਰਾਮਿੰਗ ਲਈ ਵਰਤੇ ਜਾਣ ਵਾਲੇ ਸੌਫਟਵੇਅਰ ਦੇ ਨਾਂ ਲਿਖੋ। ਸੋ HTML ਪ੍ਰੋਗਰਾਮਿੰਗ ਲਈ ਵਰਤੇ ਜਾਣ ਵਾਲੇ ਸੌਫਟਵੇਅਰ ਦੇ ਨਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਟੈਕਸਟ ਐਡੀਟਰ, ਜਿਵੇਂ ਕਿ ਨੋਟਪੈਡ ਜਾਂ ਨੋਟਪੈਡ++, ਦੂਸਰਾ ਹੈ ਵੈਬ ਬਰਾਊਜ਼ਰ, ਜਿਵੇਂ ਕਿ ਗੂਗਲ ਕ੍ਰੋਮ, ਮੋਜ਼ਿਲਾ ਫਾਇਰਫੌਕਸ, ਓਪੇਰਾ, ਇੰਟਰਨੈਟ ਐਕਸਪਲੋਰਰ ਆਦਿ। ਤੀਸਰਾ ਪ੍ਰਸ਼ਨ ਹੈ ਐਟਰੀਬਿਊਟ ਕੀ ਹੁੰਦੇ ਹਨ। ਸੋ ਐਟਰੀਬਿਊਟ ਇੱਕ ਟੈਗ ਦੀ ਵਿਸ਼ੇਸ਼ਤਾ ਦਰਸਾਉਂਦਾ ਹੈ ਅਤੇ ਐਟਰੀਬਿਊਟ ਦੀ ਵਰਤੋਂ HTML ਟੈਗ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਸੋ ਐਟਰੀਬਿਊਟ ਐਲੀਮੈਂਟ ਦੇ ਓਪਨਿੰਗ ਟੈਗ ਦਾ ਹਿੱਸਾ ਹੁੰਦਾ ਹੈ ਅਤੇ ਐਟਰੀਬਿਊਟ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ ਤੇ ਨਿਰਭਰ ਕਰਦੀਆਂ ਹਨ, ਜਿਵੇਂ ਕਿ ਉਦਾਹਰਨ ਵਿੱਚ ਪੈਰਾਗ੍ਰਾਫ ਦਾ ਓਪਨਿੰਗ ਟੈਗ ਅਲਾਈਨ ਇਕੁਅਲ ਟੂ ਸੈਂਟਰ। ਸੋ ਓਪਨਿੰਗ ਟੈਗ ਦਾ ਰਾਈਟ ਐਂਗਲ ਬ੍ਰੈਕਟ, ਦਿਸ ਇਜ਼ ਅ ਸੈਂਪਲ ਪੈਰਾਗ੍ਰਾਫ, ਲਾਸਟ ਵਿੱਚ ਅਸੀਂ ਪੈਰਾਗ੍ਰਾਫ ਦਾ ਕਲੋਜ਼ਿੰਗ ਟੈਗ ਲਗਾਇਆ ਹੋਇਆ ਹੈ। ਚੌਥਾ ਪ੍ਰਸ਼ਨ ਹੈ HTML ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੇ ਕੋਈ ਵੀ 5 ਟੈਗ ਦੇ ਨਾਂ ਲਿਖੋ। ਸੋ HTML ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੇ ਕੋਈ ਵੀ 5 ਟੈਗ ਦੇ ਨਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਬੋਲਡ ਟੈਗ, ਦੂਸਰਾ ਇਟੈਲਿਕ ਟੈਗ, ਤੀਸਰਾ ਅੰਡਰਲਾਈਨ ਟੈਗ, ਚੌਥਾ ਸਟ੍ਰਾਈਕ ਥਰੂ ਟੈਗ, ਪੰਜਵਾਂ ਫੌਂਟ ਟੈਗ। ਪੰਜਵਾਂ ਪ੍ਰਸ਼ਨ ਹੈ ਤੁਸੀਂ HTML ਡਾਕੂਮੈਂਟ ਵਿੱਚ ਟੈਕਸਟ ਅਤੇ ਤਸਵੀਰਾਂ ਨੂੰ ਕਿਵੇਂ ਸਕਰੋਲ ਕਰ ਸਕਦੇ ਹੋ। ਸੋ ਮਾਰਕੀਓ ਟੈਗ ਦੀ ਵਰਤੋਂ ਟੈਕਸਟ ਜਾਂ ਚਿੱਤਰ ਨੂੰ ਖੱਬੇ ਤੋਂ ਸੱਜੇ ਤੋਂ ਖੱਬੇ, ਉੱਪਰ ਤੋਂ ਹੇਠਾਂ ਵੱਲ ਜਾਂ ਹੇਠਾਂ ਤੋਂ ਉੱਪਰ ਵੱਲ ਨੂੰ ਮੂਵ ਜਾਂ ਗਤੀਮਾਨ ਕਰਵਾਉਣ ਲਈ ਕੀਤੀ ਜਾਂਦੀ ਹੈ। ਮਾਰਕੀਓ ਟੈਗ ਇੱਕ ਪੇਅਰ ਟੈਗ ਹੈ ਅਤੇ ਇਸ ਨੂੰ ਪਰਿਭਾਸ਼ਿਤ ਕਰਨ ਤੋਂ ਬਾਅਦ ਇਸ ਦਾ ਕਲੋਜ਼ਿੰਗ ਟੈਗ ਵੀ ਲਿਖਣਾ ਪੈਂਦਾ ਹੈ। ਉਦਾਹਰਨ ਦੇ ਲਈ ਮਾਰਕੀਓ ਦਾ ਓਪਨਿੰਗ ਟੈਗ, ਟੈਕਸਟ ਔਰ ਆਬਜੈਕਟ, ਤੇ ਮਾਰਕੀਓ ਦਾ ਕਲੋਜ਼ਿੰਗ ਟੈਗ। ਸੋ ਹੁਣ ਅਸੀਂ ਇਸ ਪਾਰਟ ਦੇ ਵੱਡੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ
ਟੈਗ ਕੀ ਹੁੰਦੇ ਹਨ? HTML ਵਿੱਚ ਵਰਤੇ ਜਾਣ ਵਾਲੇ ਟੈਗ ਦੀਆਂ ਦੋ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ। ਸੋ HTML ਇੱਕ ਟੈਗ ਆਧਾਰਿਤ ਭਾਸ਼ਾ ਹੈ ਅਤੇ ਇਹਨਾਂ ਨੂੰ ਐਲੀਮੈਂਟ ਵੀ ਕਿਹਾ ਜਾਂਦਾ ਹੈ, ਜੋ ਕਿ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੇ ਗਏ ਹੁੰਦੇ ਹਨ। ਟੈਗ ਇੱਕ ਵਿਸ਼ੇਸ਼ ਕਿਸਮ ਦੀਆਂ ਹਦਾਇਤਾਂ ਹੁੰਦੀਆਂ ਹਨ ਜੋ HTML ਡਾਕੂਮੈਂਟ ਵਿੱਚ ਵੈਬ ਪੇਜਾਂ ਨੂੰ ਡਿਜ਼ਾਈਨ ਕਰਨ ਲਈ ਵਰਤੇ ਜਾਂਦੇ ਹਨ। HTML ਦਸਤਾਵੇਜ਼ ਵਿੱਚ ਹਰੇਕ ਓਪਨਿੰਗ ਟੈਗ ਲੈਫਟ ਐਂਗਲ ਬ੍ਰੈਕਟ ਨਾਲ ਸ਼ੁਰੂ ਹੁੰਦਾ ਹੈ ਅਤੇ ਹਰੇਕ ਕਲੋਜ਼ਿੰਗ ਟੈਗ ਰਾਈਟ ਐਂਗਲ ਬ੍ਰੈਕਟ ਨਾਲ ਖਤਮ ਹੁੰਦਾ ਹੈ। ਸੋ ਜੇਕਰ ਟੈਕਸਟ ਨੂੰ ਟੈਗ ਵਿੱਚ ਪਰਿਭਾਸ਼ਿਤ ਨਾ ਕੀਤਾ ਜਾਵੇ ਤਾਂ ਇਹ ਸਧਾਰਨ ਟੈਕਸਟ ਵਾਂਗ ਦਿਖਾਈ ਦਿੰਦਾ ਹੈ। ਸੋ ਟੈਗ ਵੈਬ ਪੇਜ ਨੂੰ ਇਹ ਨਿਰਦੇਸ਼ ਦਿੰਦੇ ਹਨ ਕਿ ਉਹ ਵੈਬ ਪੇਜ ਦੇ ਕੰਟੈਂਟ ਨੂੰ ਕਿਵੇਂ ਫਾਰਮੈਟ ਅਤੇ ਪ੍ਰਦਰਸ਼ਿਤ ਕਰਨਗੇ। ਸੋ HTML ਸਿੰਟੈਕਸ HTML ਟੈਗ ਦੇ ਤਿੰਨ ਭਾਗ ਹੁੰਦੇ ਹਨ, ਜਿਵੇਂ ਕਿ ਦੇਖ ਪਾ ਰਹੇ ਟੈਗ ਦਾ ਓਪਨਿੰਗ ਟੈਗ ਦਾ ਕਲੋਜ਼ਿੰਗ ਟੈਗ ਅਤੇ ਕੰਟੈਂਟ। ਸੋ HTML ਟੈਗ ਦੋ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਕਿ ਪੇਅਰ ਟੈਗ ਅਤੇ ਅਨਪੇਅਰ ਟੈਗ। ਪਹਿਲਾਂ ਅਸੀਂ ਪੇਅਰ ਟੈਗ ਦੀ ਗੱਲ ਕਰਾਂਗੇ। ਪੇਅਰ ਟੈਗ ਨੂੰ ਕੰਟੇਨਰ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ। ਇਸ ਦੇ ਤਿੰਨ ਭਾਗ ਹੁੰਦੇ ਹਨ। ਪਹਿਲਾ ਓਪਨਿੰਗ ਟੈਗ, ਜੋ ਕਿ ਟੈਗ ਨਾਮ ਨਾਲ ਸ਼ੁਰੂ ਹੁੰਦਾ ਹੈ। ਦੂਜਾ ਕੰਟੈਂਟ, ਜਿਸ ਉੱਪਰ ਟੈਗ ਦਾ ਪ੍ਰਭਾਵ ਲਾਗੂ ਕਰਨਾ ਹੁੰਦਾ ਹੈ। ਅਤੇ ਤੀਜਾ ਕਲੋਜ਼ਿੰਗ ਟੈਗ, ਜੋ ਕਿ / ਟੈਗ ਨਾਲ ਖਤਮ ਹੁੰਦਾ ਹੈ। ਉਦਾਹਰਨ ਦੇ ਲਈ ਯੂ ਇੱਕ ਓਪਨਿੰਗ ਟੈਗ ਹੈ, ਉਸ ਤੋਂ ਬਾਅਦ ਸੈਂਪਲ ਟੈਕਸਟ ਇਸ ਦਾ ਕੰਟੈਂਟ ਹੈ ਅਤੇ /u ਇਸ ਦਾ ਕਲੋਜ਼ਿੰਗ ਟੈਗ ਹੈ। ਦੂਸਰਾ ਸਾਡੇ ਕੋਲ ਅਨਪੇਅਰ ਟੈਗ। ਅਨਪੇਅਰ ਟੈਗ ਨੂੰ ਸਿੰਗੂਲਰ, ਐਮਪਟੀ ਜਾਂ ਖਾਲੀ ਟੈਗ ਵੀ ਕਹਿੰਦੇ ਹਨ ਅਤੇ ਇਸ ਵਿੱਚ ਕੇਵਲ ਇੱਕ ਓਪਨਿੰਗ ਟੈਗ ਹੀ ਹੁੰਦਾ ਹੈ, ਕਿਉਂਕਿ ਇਸ ਵਿੱਚ ਕੋਈ ਕੰਟੈਂਟ ਜਾਂ ਟੈਕਸਟ ਨਹੀਂ ਹੁੰਦਾ। ਐਮਪਟੀ ਟੈਗ ਦਾ ਕੋਈ ਵੀ ਕਲੋਜ਼ਿੰਗ ਟੈਗ ਨਹੀਂ ਹੁੰਦਾ, ਉਦਾਹਰਨ ਦੇ ਲਈ HR, BR ਟੈਗ ਆਦਿ। ਦੂਸਰਾ ਆਪਰੇਸ਼ਨ ਹੈ, ਤੁਸੀਂ HTML ਡਾਕੂਮੈਂਟ ਵਿੱਚ ਫੌਂਟ ਨਾਲ ਕਿਵੇਂ ਕੰਮ ਕਰੋਗੇ। ਸੋ ਫੌਂਟ ਟੈਕਸਟ ਦੀ ਪਹਿਲਾਂ ਤੋਂ ਪਰਿਭਾਸ਼ਿਤ ਸਟਾਈਲ, ਬਣਤਰ ਅਤੇ ਸਾਈਜ਼ ਨੂੰ ਦਰਸਾਉਂਦਾ ਹੈ, ਜੋ ਕਿ ਵੈਬ ਪੇਜ ਵਿੱਚ ਸਾਡੇ ਡਾਟੇ ਨੂੰ ਫਾਰਮੈਟ ਕਰਨ ਵਿੱਚ ਮਦਦ ਕਰਦਾ ਹੈ। ਸੋ ਫੌਂਟ ਟੈਗ ਦੇ 4 ਮੁੱਖ ਐਟਰੀਬਿਊਟ ਹੇਠਾਂ ਦਿੱਤੇ ਗਏ ਹਨ। ਇਸ ਵਿੱਚ ਪਹਿਲਾ ਹੈ ਫੌਂਟ ਸਟਾਈਲ। ਸੋ ਫੌਂਟ ਸਟਾਈਲ ਨੂੰ 3 ਤਰੀਕਿਆਂ ਨਾਲ ਬਦਲਿਆ ਜਾ ਸਕਦਾ ਹੈ, ਜਿਵੇਂ ਕਿ ਬੋਲਡ, ਇਟੈਲਿਕ ਅਤੇ ਅੰਡਰਲਾਈਨ। ਦੂਸਰਾ ਹੈ ਫੌਂਟ ਫੇਸ। ਸੋ ਫੌਂਟ ਫੇਸ ਰਾਹੀਂ ਅਸੀਂ ਟੈਕਸਟ ਦੇ ਅੱਖਰਾਂ ਨੂੰ ਬਦਲ ਸਕਦੇ ਹਾਂ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਫੌਂਟ ਫੇਸ ਬਰਾਬਰ ਏਰੀਅਲ, ਰਾਈਟ ਐਂਗਲ ਬ੍ਰੈਕਟ ਕੰਪਿਊਟਰ ਸਾਇੰਸ, ਫੌਂਟ ਦਾ ਕਲੋਜ਼ਿੰਗ ਟੈਗ। ਤੀਸਰਾ ਹੈ ਫੌਂਟ ਕਲਰ। ਸੋ ਫੌਂਟ ਕਲਰ ਰਾਹੀਂ ਅਸੀਂ ਟੈਕਸਟ ਦਾ ਰੰਗ ਬਦਲ ਸਕਦੇ ਹਾਂ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਫੌਂਟ ਕਲਰ ਇਕੁਅਲ ਟੂ ਡਬਲ ਕੋਡ ਵਿੱਚ ਰੈਡ, ਰਾਈਟ ਐਂਗਲ ਬ੍ਰੈਕਟ, ਉਸ ਤੋਂ ਬਾਅਦ ਕੰਟੈਂਟ ਲਿਖਿਆ ਸੀ ਕੰਪਿਊਟਰ ਸਾਇੰਸ, ਉਸ ਤੋਂ ਬਾਅਦ ਅਸੀਂ ਫੌਂਟ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਚੌਥਾ ਹੈ ਫੌਂਟ ਸਾਈਜ਼। ਸੋ ਫੌਂਟ ਸਾਈਜ਼ ਐਟਰੀਬਿਊਟ ਦੀ ਵਰਤੋਂ ਟੈਕਸਟ ਦਾ ਆਕਾਰ ਵਧਾਉਣ ਲਈ ਕੀਤੀ ਜਾਂਦੀ ਹੈ। ਸੋ ਇਸ ਵਿੱਚ 1 ਤੋਂ 7 ਮੁੱਲ ਤੱਕ ਟੈਕਸਟ ਦਾ ਸਾਈਜ਼ ਵਧਾਇਆ ਜਾ ਸਕਦਾ ਹੈ। ਉਦਾਹਰਨ ਦੇ ਲਈ ਫੌਂਟ ਸਾਈਜ਼ ਇਕੁਅਲ ਟੂ 2, ਰਾਈਟ ਐਂਗਲ ਬ੍ਰੈਕਟ ਕੰਪਿਊਟਰ ਸਾਇੰਸ, ਫੌਂਟ ਦਾ ਕਲੋਜ਼ਿੰਗ ਟੈਗ। ਤੀਸਰਾ ਪ੍ਰਸ਼ਨ ਹੈ HTML ਡਾਕੂਮੈਂਟ ਦੇ ਬੋਡੀ ਟੈਗ ਦਾ ਵਰਣਨ ਕਰੋ। ਤੁਸੀਂ ਇਸ ਨੂੰ ਕਿਸ ਤਰ੍ਹਾਂ ਫਾਰਮੈਟ ਕਰੋਗੇ। ਸੋ HTML ਡਾਕੂਮੈਂਟ ਦੀ ਬੋਡੀ ਨੂੰ ਫਾਰਮੈਟ ਕਰਨ ਲਈ ਬੋਡੀ ਟੈਗ ਦੇ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਐਟਰੀਬਿਊਟ ਰਾਹੀਂ ਅਸੀਂ ਟੈਕਸਟ ਦਾ ਰੰਗ ਅਤੇ ਬੈਕਗ੍ਰਾਉਂਡ ਕਲਰ ਦੋਨੋਂ ਬਦਲ ਸਕਦੇ ਹਾਂ। ਸੋ ਬੈਕਗ੍ਰਾਉਂਡ ਉੱਪਰ ਇੱਕ ਤਸਵੀਰ ਵੀ ਸੈੱਟ ਕਰ ਸਕਦੇ ਹਾਂ। ਆਓ ਹੁਣ ਅਸੀਂ ਬੋਡੀ ਟੈਗ ਦੇ ਕੁਝ ਮੁੱਖ ਐਟਰੀਬਿਊਟ ਰਾਹੀਂ ਫਾਰਮੈਟ ਕਰਨ ਬਾਰੇ ਜਾਣੀਏ, ਜਿਸ ਵਿੱਚ ਪਹਿਲਾ ਹੈ ਬੈਕਗ੍ਰਾਉਂਡ। ਸੋ ਬੈਕਗ੍ਰਾਉਂਡ ਐਟਰੀਬਿਊਟ ਰਾਹੀਂ ਅਸੀਂ ਆਪਣੇ HTML ਦਸਤਾਵੇਜ਼ ਦੀ ਬੈਕਗ੍ਰਾਉਂਡ ਉੱਪਰ ਕੋਈ ਤਸਵੀਰ, ਉਸ ਦਾ ਪੂਰਾ URL ਲਿਖ ਕੇ ਸੈੱਟ ਕਰ ਸਕਦੇ ਹਾਂ। ਦੂਸਰਾ ਹੈ ਬੀਜੀ ਕਲਰ। ਸੋ ਬੀਜੀ ਕਲਰ ਐਟਰੀਬਿਊਟ ਰਾਹੀਂ ਅਸੀਂ ਆਪਣੇ HTML ਦਸਤਾਵੇਜ਼ ਦੀ ਬੈਕਗ੍ਰਾਉਂਡ ਦਾ ਰੰਗ ਨਿਰਧਾਰਿਤ ਕਰ ਸਕਦੇ ਹਾਂ। ਤੀਸਰਾ ਲਿੰਕ। ਸੋ ਲਿੰਕ ਐਟਰੀਬਿਊਟ ਰਾਹੀਂ ਅਸੀਂ ਆਪਣੇ HTML ਦਸਤਾਵੇਜ਼ ਦੇ ਅਨਵਿਜ਼ਿਟਡ ਲਿੰਕ ਦਾ ਰੰਗ ਬਦਲ ਸਕਦੇ ਹਾਂ। ਚੌਥਾ ਹੈ ਟੈਕਸਟ। ਸੋ ਟੈਕਸਟ ਐਟਰੀਬਿਊਟ ਰਾਹੀਂ ਅਸੀਂ HTML ਦਸਤਾਵੇਜ਼ ਦੇ ਟੈਕਸਟ ਦਾ ਰੰਗ ਬਦਲ ਸਕਦੇ ਹਾਂ। ਸੋ ਹੁਣ ਅਸੀਂ ਪਾਰਟ ਨੰਬਰ 3 HTML ਭਾਗ 2 ਪਾਠ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁ ਵਿਕਲਪੀ ਪ੍ਰਸ਼ਨ, ਜਿਸ ਵਿੱਚ ਇਸ ਦਾ ਪਹਿਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਲਿਸਟ ਦੀ ਵਰਤੋਂ HTML ਡਾਕੂਮੈਂਟ ਵਿੱਚ ਨਹੀਂ ਕੀਤੀ ਜਾਂਦੀ। ਅਤੇ ਇਸ ਦੇ ਆਪਸ਼ਨ ਨੇ ਬੁਲੇਟਡ ਲਿਸਟ, ਨੰਬਰ ਲਿਸਟ, ਆਰਡਰ ਲਿਸਟ ਜਾਂ ਡਾਟਾ ਲਿਸਟ। ਅਤੇ ਇਸ ਦਾ ਸਹੀ ਉੱਤਰ ਹੈ ਹੇਠ ਲਿਖਿਆਂ ਵਿੱਚੋਂ ਡਾਟਾ ਲਿਸਟ ਦੀ ਵਰਤੋਂ HTML ਡਾਕੂਮੈਂਟ ਵਿੱਚ ਨਹੀਂ ਕੀਤੀ ਜਾਂਦੀ। ਉਸ ਤੋਂ ਬਾਅਦ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਆਰਡਰ ਅਤੇ ਅਨਆਰਡਰ ਲਿਸਟਾਂ ਵਿੱਚੋਂ ਲਿਸਟ ਆਈਟਮਾਂ ਨੂੰ ਪਰਿਭਾਸ਼ਿਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਟੈਗ ਵਰਤਿਆ ਜਾਂਦਾ ਹੈ।
ਅਤੇ ਇਸ ਦੇ ਆਪਸ਼ਨ ਨੇ OL ਟੈਗ, UL ਟੈਗ, LI ਟੈਗ ਅਤੇ DT ਟੈਗ। ਅਤੇ ਇਸ ਦਾ ਸਹੀ ਉੱਤਰ ਹੈ ਆਰਡਰ ਅਤੇ ਅਨਆਰਡਰ ਲਿਸਟਾਂ ਵਿੱਚ ਲਿਸਟ ਆਈਟਮ ਨੂੰ ਪਰਿਭਾਸ਼ਿਤ ਕਰਨ ਲਈ ਹੇਠ ਲਿਖਿਆਂ ਵਿੱਚੋਂ LI ਟੈਗ ਵਰਤਿਆ ਜਾਂਦਾ ਹੈ, ਯਾਨੀ ਕਿ ਲਿਸਟ ਆਈਟਮ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਤੀਸਰੇ ਸਾਡੇ ਕੋਲ ਪ੍ਰਸ਼ਨ ਹੈ ਡੈਸ਼ HTML ਡਾਕੂਮੈਂਟ ਵਿੱਚ ਟੇਬਲ ਰੋ ਬਣਾਉਣ ਲਈ ਕਿਹੜੇ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਨੇ ਰੋ, ਟੇਬਲ ਰੋ, TR ਟੈਗ ਜਾਂ R ਟੈਗ। ਅਤੇ ਇਸ ਦਾ ਸਹੀ ਉੱਤਰ ਹੈ TR HTML ਡਾਕੂਮੈਂਟ ਵਿੱਚ ਟੇਬਲ ਰੋ ਬਣਾਉਣ ਲਈ TR ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਡੈਸ਼ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਸੈੱਲਾਂ ਵਿਚਕਾਰ ਖਾਲੀ ਥਾਂ ਨੂੰ ਐਡਜਸਟ ਕਰ ਸਕਦੇ ਹਾਂ। ਅਤੇ ਇਸ ਦੇ ਆਪਸ਼ਨ ਨੇ ਸੈੱਲ ਸਪੇਸਿੰਗ, ਸੈੱਲ ਪੈਡਿੰਗ, ਰੋ ਸਪੈਨ ਤੇ ਲਾਸਟ ਹੈ ਕੋਲ ਸਪੈਨ। ਅਤੇ ਇਸ ਦਾ ਸਹੀ ਉੱਤਰ ਹੈ ਸੈੱਲ ਸਪੇਸਿੰਗ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਸੈੱਲਾਂ ਵਿਚਕਾਰ ਖਾਲੀ ਥਾਂ ਨੂੰ ਐਡਜਸਟ ਕਰ ਸਕਦੇ ਹਾਂ। ਪੰਜਵਾਂ ਸਾਡੇ ਕੋਲ ਪ੍ਰਸ਼ਨ ਹੈ ਜੇਕਰ ਅਸੀਂ ਦੋ ਜਾਂ ਵਧੇਰੇ ਰੋਜ਼ ਦੇ ਸੈੱਲਾਂ ਨੂੰ ਇੱਕ ਸਿੰਗਲ ਸੈੱਲ ਵਿੱਚ ਮਰਜ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਡੈਸ਼ ਐਟਰੀਬਿਊਟ ਦੀ ਵਰਤੋਂ ਕਰਾਂਗੇ। ਅਤੇ ਇਸ ਦੇ ਆਪਸ਼ਨ ਨੇ ਸੈੱਲ ਸਪੇਸਿੰਗ, ਸੈੱਲ ਪੈਡਿੰਗ, ਰੋ ਸਪੈਨ, ਲਾਸਟ ਵਿੱਚ ਹੈ ਕਾਲ ਸਪੈਨ। ਅਤੇ ਇਸ ਦਾ ਸਹੀ ਉੱਤਰ ਹੈ ਜੇਕਰ ਅਸੀਂ ਦੋ ਜਾਂ ਵਧੇਰੇ ਰੋ ਦੇ ਵਿੱਚ ਸੈੱਲਾਂ ਨੂੰ ਇੱਕ ਸਿੰਗਲ ਸੈੱਲ ਵਿੱਚ ਮਰਜ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਰੋ ਸਪੈਨ ਐਟਰੀਬਿਊਟ ਦੀ ਵਰਤੋਂ ਕਰਾਂਗੇ। ਅਗਲਾ ਸਾਡੇ ਕੋਲ ਟੌਪਿਕ ਹੈ ਹੇਠਾਂ ਦਿੱਤੇ ਟੈਗ ਦੇ ਪੂਰੇ ਰੂਪ ਲਿਖੋ, ਜਿਸ ਵਿੱਚ ਪਹਿਲਾ ਹੈ OL ਦਾ ਪੂਰਾ ਨਾਮ ਹੈ ਆਰਡਰ ਲਿਸਟ। ਦੂਸਰਾ ਹੈ UL ਟੈਗ ਦਾ ਪੂਰਾ ਨਾਮ ਹੈ ਅਨਆਰਡਰ ਲਿਸਟ। ਤੀਸਰਾ ਟੈਗ ਹੈ DL ਦਾ ਪੂਰਾ ਨਾਮ ਹੈ ਡੈਫੀਨੇਸ਼ਨ ਲਿਸਟ। ਚੌਥਾ ਹੈ LI ਟੈਗ ਦਾ ਪੂਰਾ ਨਾਮ ਹੈ ਲਿਸਟ ਆਈਟਮ। ਪੰਜਵਾਂ ਹੈ DT ਟੈਗ ਦਾ ਪੂਰਾ ਨਾਮ ਹੈ ਡੈਫੀਨੇਸ਼ਨ ਟਾਈਟਲ। ਛੇਵਾਂ ਹੈ DD ਟੈਗ ਦਾ ਪੂਰਾ ਨਾਮ ਹੈ ਡੈਫੀਨੇਸ਼ਨ ਡਾਟਾ। ਸੱਤਵਾਂ ਟੈਗ ਹੈ TR ਟੈਗ ਦਾ ਪੂਰਾ ਨਾਮ ਹੈ ਟੇਬਲ ਰੋ। ਅੱਠਵਾਂ ਹੈ TH ਟੈਗ ਦਾ ਪੂਰਾ ਨਾਮ ਹੈ ਟੇਬਲ ਹੈਡਿੰਗ। ਨਵਾਂ ਟੈਗ ਹੈ TD ਦਾ ਪੂਰਾ ਨਾਮ ਹੈ ਟੇਬਲ ਡਾਟਾ। ਅਗਲਾ ਸਾਡੇ ਕੋਲ ਟੌਪਿਕ ਹੈ ਖਾਲੀ ਥਾਵਾਂ ਭਰੋ। ਇਸ ਵਿੱਚ ਪਹਿਲੀ ਖਾਲੀ ਥਾਂ ਹੈ HTML ਡਾਕੂਮੈਂਟ ਵਿੱਚ ਅਸੀਂ ਡੈਸ਼ ਵੱਖ-ਵੱਖ ਕਿਸਮਾਂ ਦੀਆਂ ਲਿਸਟਾਂ ਬਣਾ ਸਕਦੇ ਹਾਂ। ਅਤੇ ਇਸਦਾ ਸਹੀ ਉੱਤਰ ਹੈ HTML ਡਾਕੂਮੈਂਟ ਵਿੱਚ ਅਸੀਂ 3 ਵੱਖ-ਵੱਖ ਕਿਸਮਾਂ ਦੀਆਂ ਲਿਸਟਾਂ ਬਣਾ ਸਕਦੇ ਹਾਂ। ਦੂਸਰੀ ਖਾਲੀ ਥਾਂ ਹੈ ਡੈਸ਼ ਲਿਸਟਾਂ ਵਿੱਚ ਸਾਰੀਆਂ ਲਿਸਟ ਆਈਟਮਾਂ ਨੂੰ ਬੁਲੇਟ ਨਾਲ ਮਾਰਕ ਕੀਤਾ ਜਾਂਦਾ ਹੈ। ਅਤੇ ਇਸਦਾ ਸਹੀ ਉੱਤਰ ਹੈ ਅਨਆਰਡਰ ਲਿਸਟਾਂ ਵਿੱਚ ਸਾਰੀਆਂ ਲਿਸਟ ਆਈਟਮਾਂ ਨੂੰ ਬੁਲੇਟ ਨਾਲ ਮਾਰਕ ਕੀਤਾ ਜਾਂਦਾ ਹੈ। ਤੀਸਰੀ ਖਾਲੀ ਥਾਂ ਹੈ ਡੈਸ਼ ਲਿਸਟ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ। ਅਤੇ ਇਸ ਦਾ ਉੱਤਰ ਹੈ ਨੈਸਟਡ ਲਿਸਟ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ। ਚੌਥਾ ਹੈ ਡੈਸ਼ ਟੈਗ ਦੀ ਵਰਤੋਂ ਟੇਬਲ ਹੈਡਿੰਗ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ। ਅਤੇ ਇਸ ਦਾ ਉੱਤਰ ਹੈ TH ਟੈਗ ਯਾਨੀ ਕਿ ਟੇਬਲ ਹੈਡਿੰਗ ਟੈਗ ਦੀ ਵਰਤੋਂ ਟੇਬਲ ਹੈਡਿੰਗ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ। ਪੰਜਵਾਂ ਹੈ ਅਸੀਂ ਡੈਸ਼ ਐਟਰੀਬਿਊਟ ਦੀ ਵਰਤੋਂ ਕਰਕੇ ਸਿਰਫ ਸੈੱਲ ਕੰਟੈਂਟ ਦੀ ਹੀ ਖੜਵੇਂ ਰੂਪ ਵਿੱਚ ਅਲਾਈਨਮੈਂਟ ਸੈੱਟ ਕਰ ਸਕਦੇ ਹਾਂ। ਅਤੇ ਇਸ ਦਾ ਉੱਤਰ ਹੈ ਅਸੀਂ VAlign ਐਟਰੀਬਿਊਟ ਦੀ ਵਰਤੋਂ ਕਰਕੇ ਸਿਰਫ ਸੈੱਲ ਕੰਟੈਂਟ ਦੇ ਹੀ ਖੜਵੇਂ ਰੂਪ ਵਿੱਚ ਅਲਾਈਨਮੈਂਟ ਸੈੱਟ ਕਰ ਸਕਦੇ ਹਾਂ। ਛੇਵਾਂ ਹੈ ਡੈਸ਼ ਸੈੱਲ ਬਾਰਡਰ ਅਤੇ ਸੈੱਲ ਕੰਟੈਂਟ ਵਿਚਕਾਰ ਦੀ ਦੂਰੀ ਨੂੰ ਦਰਸਾਉਂਦਾ ਹੈ। ਅਤੇ ਇਸਦਾ ਸਹੀ ਉੱਤਰ ਹੈ ਸੈੱਲ ਪੈਡਿੰਗ ਸੈੱਲ ਬਾਰਡਰ ਅਤੇ ਸੈੱਲ ਕੰਟੈਂਟ ਦੇ ਵਿਚਕਾਰ ਦੀ ਦੂਰੀ ਨੂੰ ਦਰਸਾਉਂਦਾ ਹੈ। ਅੱਗੇ ਸਾਡੇ ਕੋਲ ਹੈ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਡੈਫੀਨੇਸ਼ਨ ਲਿਸਟ ਕੀ ਹੁੰਦੀ ਹੈ। ਸੋ ਡੈਫੀਨੇਸ਼ਨ ਲਿਸਟ ਨੂੰ ਡਿਸਕ੍ਰਿਪਸ਼ਨ ਲਿਸਟ ਵੀ ਕਿਹਾ ਜਾਂਦਾ ਹੈ। ਅਤੇ ਡੈਫੀਨੇਸ਼ਨ ਲਿਸਟ ਵਿੱਚ ਵੱਖ-ਵੱਖ ਸ਼ਬਦਾਂ ਦੀ ਪਰਿਭਾਸ਼ਾ ਅਤੇ ਉਹਨਾਂ ਦੇ ਅਰਥ ਸ਼ਾਮਲ ਹੁੰਦੇ ਹਨ। ਡੈਫੀਨੇਸ਼ਨ ਲਿਸਟ ਹਰੇਕ ਆਈਟਮ ਜਾਂ ਸ਼ਬਦ ਦੇ ਵਰਣਨ ਜਾਂ ਪਰਿਭਾਸ਼ਾ ਨੂੰ ਦਰਸਾਉਂਦੀ ਹੋਈ ਵੱਖ-ਵੱਖ ਆਈਟਮਾਂ ਦੀ ਇੱਕ ਲਿਸਟ ਹੁੰਦੀ ਹੈ। ਡੈਫੀਨੇਸ਼ਨ ਲਿਸਟ ਵਿੱਚ ਆਈਟਮਾਂ ਨੂੰ ਇੱਕ ਸ਼ਬਦਕੋਸ਼ ਦੀ ਤਰ੍ਹਾਂ ਸੂਚੀਬੱਧ ਕੀਤਾ ਗਿਆ ਹੁੰਦਾ ਹੈ। ਸੋ ਡੈਫੀਨੇਸ਼ਨ ਲਿਸਟ ਵਿੱਚ DL ਟੈਗ ਦੀ ਵਰਤੋਂ ਡੈਫੀਨੇਸ਼ਨ ਲਿਸਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਦੂਜਾ ਪ੍ਰਸ਼ਨ ਹੈ ਆਰਡਰ ਲਿਸਟ ਕੀ ਹੁੰਦੀ ਹੈ। ਆਰਡਰ ਲਿਸਟ ਬਣਾਉਣ ਲਈ ਵਰਤੇ ਜਾਂਦੇ ਟੈਗ ਅਤੇ ਐਟਰੀਬਿਊਟ ਦੇ ਨਾਮ ਲਿਖੋ। ਸੋ ਆਰਡਰ ਲਿਸਟ ਨੂੰ ਨੰਬਰ ਲਿਸਟ ਵੀ ਕਿਹਾ ਜਾਂਦਾ ਹੈ ਅਤੇ ਇਹਨਾਂ ਦੀ ਵਰਤੋਂ ਇੱਕ ਵਿਸ਼ੇਸ਼ ਜਾਂ ਲੜੀਵਾਰ ਕ੍ਰਮ ਵਿੱਚ
ਇੱਕ ਸੂਚੀ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ। ਸੋ ਆਰਡਰ ਲਿਸਟ ਦਾ ਸ਼ੁਰੂਆਤੀ ਟੈਗ OL ਅਤੇ ਅਖੀਰਲਾ ਟੈਗ OL ਦਾ ਕਲੋਜ਼ਿੰਗ ਟੈਗ ਹੁੰਦਾ ਹੈ ਅਤੇ ਆਰਡਰ ਲਿਸਟ ਵਿੱਚ ਹਰੇਕ ਆਈਟਮ ਨੂੰ LI ਯਾਨੀ ਕਿ ਲਿਸਟ ਆਈਟਮ ਟੈਗ ਨਾਲ ਦਰਸਾਇਆ ਜਾਂਦਾ ਹੈ। ਆਰਡਰ ਲਿਸਟ ਵਿੱਚ ਨੰਬਰਾਂ ਦੇ ਫਾਰਮੈਟ ਨੂੰ ਬਦਲਣ ਲਈ ਟਾਈਪ ਐਟਰੀਬਿਊਟ ਵਿੱਚ ਲਿਸਟ ਦੀ ਸੰਭਾਵਿਤ ਫਾਰਮੈਟ ਲਾਗੂ ਕਰ ਸਕਦੇ ਹਾਂ। ਸੋ ਆਰਡਰ ਲਿਸਟ ਦਾ ਦੂਜਾ ਐਟਰੀਬਿਊਟ ਸਟਾਰਟ ਹੈ, ਜਿਸ ਦੇ ਰਾਹੀਂ ਅਸੀਂ ਇਹ ਨਿਰਧਾਰਿਤ ਕਰ ਸਕਦੇ ਹਾਂ ਕਿ ਲਿਸਟ ਦੀ ਲੜੀ ਕਿੱਥੋਂ ਸਟਾਰਟ ਕਰਨੀ ਹੈ। ਤੀਸਰਾ ਪ੍ਰਸ਼ਨ ਹੈ HTML ਵਿੱਚ ਟੇਬਲ ਬਣਾਉਣ ਲਈ ਵਰਤੇ ਜਾਂਦੇ ਵੱਖ-ਵੱਖ ਮੁੱਢਲੇ ਟੈਗ ਦੇ ਨਾਂ ਲਿਖੋ। ਸੋ ਟੇਬਲ ਬਣਾਉਣ ਲਈ ਹੇਠ ਲਿਖੇ ਟੈਗ ਵਰਤੇ ਜਾਂਦੇ ਹਨ, ਜਿਸ ਵਿੱਚ ਪਹਿਲਾ ਹੈ ਟੇਬਲ ਟੈਗ। ਇਸ ਟੈਗ ਦੀ ਵਰਤੋਂ ਟੇਬਲ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਕੀਤੀ ਜਾਂਦੀ ਹੈ। ਦੂਸਰਾ ਹੈ TR ਟੈਗ। ਸੋ ਇਸ ਦਾ ਪੂਰਾ ਨਾਮ ਟੇਬਲ ਰੋ ਹੈ। ਇਸ ਦੀ ਵਰਤੋਂ ਟੇਬਲ ਵਿੱਚ ਰੋ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਤੀਸਰਾ ਹੈ TH ਟੈਗ। ਇਸ ਦਾ ਪੂਰਾ ਨਾਮ ਟੇਬਲ ਹੈਡਿੰਗ ਹੈ। ਇਸ ਦੀ ਵਰਤੋਂ ਟੇਬਲ ਵਿੱਚ ਕਾਲਮ ਦਾ ਨਾਮ ਲਿਖਣ ਲਈ ਕੀਤੀ ਜਾਂਦੀ ਹੈ। ਚੌਥਾ ਹੈ TD ਟੈਗ। ਇਸ ਦਾ ਪੂਰਾ ਨਾਮ ਟੇਬਲ ਡਾਟਾ ਹੈ। ਇਸ ਦੀ ਵਰਤੋਂ ਟੇਬਲ ਦੇ ਸੈੱਲਾਂ ਵਿੱਚ ਡਾਟਾ ਲਿਖਣ ਲਈ ਕੀਤੀ ਜਾਂਦੀ ਹੈ। ਪੰਜਵਾਂ ਹੈ ਕੈਪਸ਼ਨ ਟੈਗ। ਸੋ ਇਸ ਟੈਗ ਦੀ ਵਰਤੋਂ ਟੇਬਲ ਦੇ ਟਾਈਟਲ ਜਾਂ ਇਸ ਦੀ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਹੈ। ਚੌਥਾ ਪ੍ਰਸ਼ਨ ਹੈ ਤੁਸੀਂ HTML ਟੇਬਲ ਵਿੱਚ ਸੈੱਲਾਂ ਨੂੰ ਕਿਸ ਤਰ੍ਹਾਂ ਮਰਜ ਕਰੋਗੇ। ਸੋ ਅਸੀਂ ਟੇਬਲ ਵਿੱਚ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਜੋੜਨ ਲਈ ਕਾਲ ਸਪੈਨ ਅਤੇ ਰੋ ਸਪੈਨ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਜਿਸ ਵਿੱਚ ਪਹਿਲਾ ਹੈ ਕਾਲ ਸਪੈਨ। ਸੋ ਕਾਲ ਸਪੈਨ ਟੇਬਲ ਡਾਟਾ ਅਤੇ ਟੇਬਲ ਹੈਡਿੰਗ ਟੈਗ ਦਾ ਐਟਰੀਬਿਊਟ ਹੈ। ਇਸ ਟੈਗ ਦੀ ਵਰਤੋਂ ਕਰਕੇ ਅਸੀਂ ਦੋ ਜਾਂ ਦੋ ਤੋਂ ਵੱਧ ਕਾਲਮਾਂ ਨੂੰ ਇਕੱਠਾ ਕਰਕੇ ਇੱਕ ਸੈੱਲ ਬਣਾ ਸਕਦੇ ਹਾਂ। ਸੋ ਕਾਲ ਸਪੈਨ ਐਟਰੀਬਿਊਟ ਦਾ ਘੱਟੋ ਘੱਟ ਮੁੱਲ 2 ਹੁੰਦਾ ਹੈ। ਅਤੇ ਇਸ ਦੀ ਉਦਾਹਰਨ ਹੈ ਟੇਬਲ ਕਾਲ ਸਪੈਨ ਇਕੁਅਲ ਟੂ 2। ਦੂਸਰਾ ਸਾਡੇ ਕੋਲ ਹੈ ਰੋ ਸਪੈਨ। ਸੋ ਰੋ ਸਪੈਨ ਟੇਬਲ ਡਾਟਾ ਅਤੇ ਟੇਬਲ ਹੈਡਿੰਗ ਟੈਗ ਦਾ ਐਟਰੀਬਿਊਟ ਹੈ। ਇਸ ਟੈਗ ਦੀ ਵਰਤੋਂ ਕਰਕੇ ਅਸੀਂ ਦੋ ਜਾਂ ਦੋ ਤੋਂ ਵੱਧ ਰੋ ਨੂੰ ਇਕੱਠਾ ਕਰਕੇ ਇੱਕ ਸੈੱਲ ਬਣਾ ਸਕਦੇ ਹਾਂ। ਸੋ ਰੋ ਸਪੈਨ ਐਟਰੀਬਿਊਟ ਦਾ ਘੱਟੋ ਘੱਟ ਮੁੱਲ 2 ਹੁੰਦਾ ਹੈ ਅਤੇ ਇਸ ਦੀ ਉਦਾਹਰਨ ਹੈ ਟੇਬਲ ਰੋ ਸਪੈਨ ਇਕੁਅਲ ਟੂ 2। ਪੰਜਵਾਂ ਪ੍ਰਸ਼ਨ ਹੈ ਟੇਬਲ ਦੀ ਬੈਕਗ੍ਰਾਉਂਡ ਨੂੰ ਫਾਰਮੈਟ ਕਰਨ ਲਈ ਟੇਬਲ ਟੈਗ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਐਟਰੀਬਿਊਟ ਦਾ ਵਰਣਨ ਕਰੋ। ਸੋ ਟੇਬਲ ਦੇ ਬੈਕਗ੍ਰਾਉਂਡ ਵਿੱਚ ਕਲਰ ਲਗਾਉਣ ਲਈ BG ਕਲਰ ਐਟਰੀਬਿਊਟ ਅਤੇ ਬੈਕਗ੍ਰਾਉਂਡ ਪਿਕਚਰ ਲਗਾਉਣ ਲਈ ਬੈਕਗ੍ਰਾਉਂਡ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਬਾਰੇ ਹੇਠਾਂ ਦਰਸਾਇਆ ਗਿਆ ਹੈ। ਜਿਸ ਵਿੱਚ ਦਾ ਪਹਿਲਾ ਪੁਆਇੰਟ ਹੈ ਟੇਬਲ ਬੈਕਗ੍ਰਾਉਂਡ। ਸੋ ਟੇਬਲ ਵਿੱਚ ਬੈਕਗ੍ਰਾਉਂਡ ਐਟਰੀਬਿਊਟ ਦੀ ਵਰਤੋਂ ਕਰਕੇ ਅਸੀਂ ਟੇਬਲ ਦੀ ਬੈਕਗ੍ਰਾਉਂਡ ਪਿਕਚਰ ਸੈੱਟ ਜਾਂ ਬਦਲ ਸਕਦੇ ਹਾਂ। ਇਸ ਐਟਰੀਬਿਊਟ ਦਾ ਮੁੱਲ ਫਾਈਲ ਐਕਸਟੈਂਸ਼ਨ ਸਮੇਤ ਤਸਵੀਰ ਦਾ ਲੋਕੇਸ਼ਨ ਐਡਰੈਸ ਹੁੰਦਾ ਹੈ। ਜਿਵੇਂ ਕਿ ਤੁਸੀਂ ਇਸ ਉਦਾਹਰਨ ਵਿੱਚ ਦੇਖ ਪਾ ਰਹੇ ਹੋ ਟੇਬਲ ਬੈਕਗ੍ਰਾਉਂਡ ਇਕੁਅਲ ਟੂ ਡਬਲ ਕੋਡ ਵਿੱਚ ਅਸੀਂ ਇਸ ਫਾਈਲ ਦਾ ਪੂਰਾ ਪਾਥ ਲਿਖਾਂਗੇ, ਜਿਵੇਂ ਇਸ ਵਿੱਚ ਅਸੀਂ xyz.jpg ਫਾਈਲ ਦਰਸਾਈ ਹੈ। ਦੂਸਰਾ ਹੈ BG ਕਲਰ। ਸੋ BG ਕਲਰ ਐਟਰੀਬਿਊਟ ਦੀ ਵਰਤੋਂ ਟੇਬਲ ਦੀ ਬੈਕਗ੍ਰਾਉਂਡ ਦਾ ਰੰਗ ਬਦਲਣ ਲਈ ਕਰ ਸਕਦੇ ਹਾਂ ਅਤੇ ਇਸ ਦੀ ਉਦਾਹਰਨ ਹੈ ਟੇਬਲ ਬਾਰਡਰ ਇਕੁਅਲ ਟੂ ਡਬਲ ਕੋਡ ਵਿੱਚ ਕਲਰ ਨੇਮ, ਜੋ ਕਿ ਅਸੀਂ ਇਸ ਵਿੱਚ ਰੈੱਡ ਦਰਸਾਇਆ ਹੈ। ਹੁਣ ਅਸੀਂ ਇਸ ਪਾਰਟ ਦੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਟੇਬਲ ਕੀ ਹੁੰਦੇ ਹਨ। HTML ਡਾਕੂਮੈਂਟ ਵਿੱਚ ਟੇਬਲ ਬਣਾਉਣ ਲਈ ਵਰਤੇ ਜਾਣ ਵਾਲੇ ਵੱਖ-ਵੱਖ ਐਟਰੀਬਿਊਟ ਦਾ ਵਰਣਨ ਕਰੋ। ਸੋ ਟੇਬਲ ਦੀ ਵਰਤੋਂ ਜਾਣਕਾਰੀ ਨੂੰ ਰੋ ਅਤੇ ਕਾਲਮ ਦੇ ਰੂਪ ਵਿੱਚ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ। HTML ਟੇਬਲ ਰਾਹੀਂ ਅਸੀਂ ਵੈਬ ਪੇਜ ਵਿੱਚ ਟੈਕਸਟ, ਇਮੇਜ, ਲਿੰਕ ਅਤੇ ਦੂਜੀਆਂ ਟੇਬਲ ਵਰਗੇ ਡਾਟੇ ਨੂੰ ਸੈੱਲਾਂ ਵਿੱਚ ਵਿਵਸਥਿਤ ਕਰ ਸਕਦੇ ਹਾਂ। ਸੋ ਟੇਬਲ ਦਾ ਸ਼ੁਰੂਆਤੀ ਟੈਗ ਫਾਰਵਰਡ ਲੈਫਟ ਐਂਗਲ ਬ੍ਰੈਕਟ ਟੇਬਲ ਰਾਈਟ ਐਂਗਲ ਬ੍ਰੈਕਟ ਹੈ ਅਤੇ ਅਖੀਰਲਾ ਟੈਗ ਲੈਫਟ ਐਂਗਲ ਬ੍ਰੈਕਟ ਫਾਰਵਰਡ / ਟੇਬਲ ਰਾਈਟ ਐਂਗਲ ਬ੍ਰੈਕਟ ਹੈ। ਸੋ ਟੇਬਲ ਦੇ 5 ਮੁੱਖ ਟੈਗ ਹੇਠ ਅਨੁਸਾਰ ਹਨ, ਜਿਸ ਵਿੱਚ ਪਹਿਲਾ ਟੈਗ ਹੈ ਟੇਬਲ। ਸੋ HTML ਡਾਕੂਮੈਂਟ ਵਿੱਚ ਇੱਕ ਟੇਬਲ ਬਣਾਉਣ ਲਈ ਟੇਬਲ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇੱਕ ਪੇਅਰ ਟੈਗ ਹੈ ਅਤੇ ਹਰੇਕ ਟੇਬਲ ਦਾ ਇੱਕ ਸ਼ੁਰੂਆਤੀ ਟੈਗ ਅਤੇ ਅਖੀਰਲਾ ਟੈਗ ਹੁੰਦਾ ਹੈ। ਦੂਸਰਾ ਹੈ TR ਟੈਗ। ਸੋ ਇਸ ਟੈਗ ਦੀ ਵਰਤੋਂ ਟੇਬਲ ਵਿੱਚ ਨਵੀਂ ਰੋ ਸ਼ਾਮਲ ਕਰਨ ਲਈ ਕੀਤੀ ਜਾਂਦੀ ਹੈ। ਸੋ TR ਦਾ ਪੂਰਾ ਨਾਮ ਟੇਬਲ ਰੋ ਹੈ। ਇਸ ਦੀ ਉਦਾਹਰਨ ਹੈ TR ਦਾ ਓਪਨਿੰਗ ਟੈਗ ਅਤੇ TR ਦਾ ਕਲੋਜ਼ਿੰਗ ਟੈਗ। ਤੀਸਰਾ ਹੈ ਟੇਬਲ ਹੈਡਿੰਗ। ਸੋ ਇਸ ਟੈਗ ਦੀ ਵਰਤੋਂ ਟੇਬਲ ਵਿੱਚ ਕਾਲਮ ਦੇ ਹੈਡਿੰਗ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ। TH ਦਾ ਪੂਰਾ ਨਾਮ ਹੈ ਟੇਬਲ ਹੈਡਿੰਗ। ਇਸ ਦੀ ਸਾਡੇ ਕੋਲ ਉਦਾਹਰਨ ਹੈ ਟੇਬਲ ਹੈਡਿੰਗ ਦਾ ਓਪਨਿੰਗ ਅਤੇ ਟੇਬਲ ਹੈਡਿੰਗ ਦਾ ਕਲੋਜ਼ਿੰਗ ਟੈਗ। ਚੌਥਾ ਸਾਡੇ ਕੋਲ ਹੈ TD ਟੈਗ।
ਇਸ ਟੈਗ ਦੀ ਵਰਤੋਂ ਟੇਬਲ ਦੇ ਸੈੱਲਾਂ ਵਿੱਚ ਡਾਟਾ ਲਿਖਣ ਲਈ ਕੀਤਾ ਜਾਂਦਾ ਹੈ। ਸੋ TD ਟੈਗ ਦਾ ਪੂਰਾ ਨਾਮ ਹੈ ਟੇਬਲ ਡਾਟਾ। ਸੋ ਇਸ ਦੀ ਉਦਾਹਰਨ ਹੈ TD ਦਾ ਓਪਨਿੰਗ ਅਤੇ TD ਦਾ ਕਲੋਜ਼ਿੰਗ ਟੈਗ। ਪੰਜਵਾਂ ਸਾਡੇ ਕੋਲ ਕੈਪਸ਼ਨ ਟੈਗ। ਸੋ ਇਸ ਟੈਗ ਦੀ ਵਰਤੋਂ ਟੇਬਲ ਦੇ ਟਾਈਟਲ ਜਾਂ ਇਸ ਦੀ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਹੈ। ਸੋ ਕੈਪਸ਼ਨ ਟੈਗ ਹਮੇਸ਼ਾ ਵਿਚਕਾਰ ਪ੍ਰਦਰਸ਼ਿਤ ਹੁੰਦਾ ਹੈ ਅਤੇ ਟੇਬਲ ਦੇ ਉੱਪਰਲੇ ਪਾਸੇ ਦਿਖਾਈ ਦਿੰਦਾ ਹੈ। ਦੂਸਰਾ ਪ੍ਰਸ਼ਨ ਹੈ ਸੈੱਲ ਪੈਡਿੰਗ ਅਤੇ ਸੈੱਲ ਸਪੇਸਿੰਗ ਕੀ ਹੁੰਦੀ ਹੈ? ਢੁਕਵੀਆਂ ਉਦਾਹਰਨਾਂ ਨਾਲ ਵਰਣਨ ਕਰੋ। ਸੋ ਸਭ ਤੋਂ ਪਹਿਲਾਂ ਅਸੀਂ ਸੈੱਲ ਸਪੇਸਿੰਗ ਬਾਰੇ ਜਾਣਾਂਗੇ। ਸੋ ਸੈੱਲ ਸਪੇਸਿੰਗ ਟੇਬਲ ਟੈਗ ਦਾ ਐਟਰੀਬਿਊਟ ਹੈ ਅਤੇ ਸੈੱਲ ਸਪੇਸਿੰਗ ਐਟਰੀਬਿਊਟ ਦੀ ਵਰਤੋਂ ਕਰਕੇ ਅਸੀਂ ਟੇਬਲ ਦੇ ਸੈੱਲਾਂ ਦੇ ਵਿਚਕਾਰ ਖਾਲੀ ਥਾਂ ਨੂੰ ਘਟਾ ਵਧਾ ਸਕਦੇ ਹਾਂ ਅਤੇ ਇਸ ਦੀ ਉਦਾਹਰਨ ਹੈ ਟੇਬਲ ਸੈੱਲ ਸਪੇਸਿੰਗ ਇਕੁਅਲ ਟੂ 12। ਦੂਸਰਾ ਹੈ ਸੈੱਲ ਪੈਡਿੰਗ। ਸੈੱਲ ਪੈਡਿੰਗ ਟੇਬਲ ਟੈਗ ਦਾ ਐਟਰੀਬਿਊਟ ਹੈ ਅਤੇ ਸੈੱਲ ਪੈਡਿੰਗ ਐਟਰੀਬਿਊਟ ਦੀ ਵਰਤੋਂ ਕਰਕੇ ਅਸੀਂ ਟੇਬਲ ਦੇ ਸੈੱਲ ਬਾਰਡਰ ਅਤੇ ਸੈੱਲ ਦੇ ਕੰਟੈਂਟ ਦੇ ਵਿਚਕਾਰ ਖਾਲੀ ਥਾਂ ਨੂੰ ਘਟਾ ਵਧਾ ਸਕਦੇ ਹਾਂ ਅਤੇ ਇਸ ਦੀ ਉਦਾਹਰਨ ਹੈ ਟੇਬਲ ਸੈੱਲ ਪੈਡਿੰਗ ਇਕੁਅਲ ਟੂ 10। ਸੋ ਜਿਵੇਂ ਤੁਸੀਂ ਇਸ ਉਦਾਹਰਨ ਵਿੱਚ ਦੇਖ ਪਾ ਰਹੇ ਹੋ, ਸੋ ਇਸ ਵਿੱਚ ਅਸੀਂ ਬੋਡੀ ਟੈਗ ਤੋਂ ਬਾਅਦ ਜਿਹੜਾ ਟੇਬਲ ਟੈਗ ਦਾ ਓਪਨਿੰਗ ਟੈਗ ਹੈ ਉਸ ਦੇ ਲਾਸਟ ਵਿੱਚ ਅਸੀਂ ਸੈੱਲ ਸਪੇਸਿੰਗ ਨੂੰ ਦਰਸਾਇਆ ਹੈ। ਤੇ ਸੈੱਲ ਸਪੇਸਿੰਗ ਨਾਲ ਤੁਸੀਂ ਅੱਗੇ ਪ੍ਰੋਗਰਾਮ ਦੀ ਆਉਟਪੁੱਟ ਦੇਖ ਪਾ ਰਹੇ ਹੋ ਕਿ ਸੈੱਲ ਸਪੇਸਿੰਗ ਕੀ ਕਰਦਾ ਹੈ, ਟੇਬਲ ਦਾ ਬਾਰਡਰ ਅਤੇ ਟੇਬਲ ਦੇ ਜਿਹੜਾ ਸੈੱਲ ਦਾ ਬਾਰਡਰ ਹੈ ਇਹਨਾਂ ਦੇ ਵਿਚਕਾਰ ਦੀ ਜਿਹੜੀ ਖਾਲੀ ਥਾਂ ਹੈ ਉਸ ਨੂੰ ਅਸੀਂ ਸੈੱਲ ਸਪੇਸਿੰਗ ਕਹਿੰਦੇ ਹਾਂ। ਸੋ ਜਿੰਨੀ ਅਸੀਂ ਵੈਲਿਊ ਦੇਵਾਂਗੇ ਸੈੱਲ ਦਾ ਬਾਰਡਰ ਅਤੇ ਸੈੱਲ ਦੇ ਕੰਟੈਂਟ ਦਾ ਜਿਹੜਾ ਬਾਰਡਰ ਹੈ ਇਹ ਦੋਵਾਂ ਦੇ ਵਿਚਕਾਰ ਸੈੱਲ ਸਪੇਸਿੰਗ ਰਾਹੀਂ ਅਸੀਂ ਅੰਤਰ ਪੈਦਾ ਕਰ ਸਕਦੇ ਹਾਂ। ਸੋ ਇਹ ਐਗਜ਼ਾਮਪਲ ਸੈੱਲ ਪੈਡਿੰਗ ਦਰਸਾ ਰਹੀ ਹੈ। ਇਸ ਵਿੱਚ ਅਸੀਂ ਟੇਬਲ ਟੈਗ ਦੇ ਅੰਦਰ ਸੈੱਲ ਪੈਡਿੰਗ ਦੀ ਵੈਲਿਊ 10 ਦਰਸਾਈ ਹੈ। ਸੋ ਇਹ ਸਾਨੂੰ ਦੱਸ ਰਿਹਾ ਹੈ ਵੀ ਜਿਹੜੇ ਸਾਡੇ ਕੋਲ ਸਟੂਡੈਂਟ ਨੇਮ ਜਿਹੜਾ ਕੰਟੈਂਟ ਹੈ ਇਹਦੇ ਅਤੇ ਇਸ ਸੈੱਲ ਦਾ ਜਿਹੜਾ ਬਾਰਡਰ ਹੈ ਇਸ ਦੇ ਵਿਚਕਾਰ ਦੀ ਦੂਰੀ ਨੂੰ ਨਿਰਧਾਰਿਤ ਕਰਨ ਲਈ ਅਸੀਂ ਸੈੱਲ ਪੈਡਿੰਗ ਦੀ ਵਰਤੋਂ ਕਰਦੇ ਹਾਂ। ਅੱਗੇ ਸਾਡੇ ਕੋਲ ਵੱਡਾ ਤੀਸਰਾ ਪ੍ਰਸ਼ਨ ਹੈ ਆਰਡਰ ਲਿਸਟ ਅਤੇ ਅਨਆਰਡਰ ਲਿਸਟਾਂ ਵਿੱਚ ਅੰਤਰ ਲਿਖੋ। ਸੋ ਆਰਡਰ ਲਿਸਟ ਅਤੇ ਅਨਆਰਡਰ ਲਿਸਟ ਵਿੱਚ ਸਾਡੇ ਕੋਲ ਅੰਤਰ ਹੇਠ ਲਿਖੇ ਅਨੁਸਾਰ ਹੈ। ਜਿਵੇਂ ਤੁਸੀਂ ਟੇਬਲ ਵਿੱਚ ਦੇਖ ਪਾ ਰਹੇ ਹੋ, ਇੱਕ ਪਾਸੇ ਅਸੀਂ ਆਰਡਰ ਲਿਸਟ ਬਾਰੇ ਲਿਖਿਆ, ਦੂਸਰੇ ਇਸ ਪਾਸੇ ਸਾਡੇ ਕੋਲ ਅਨਆਰਡਰ ਲਿਸਟ। ਇਸ ਦਾ ਪਹਿਲਾ ਪੁਆਇੰਟ ਹੈ ਅਨਆਰਡਰ ਲਿਸਟ ਵਿੱਚ ਆਈਟਮ ਦੀ ਸੂਚੀ ਕ੍ਰਮਵਾਰ ਹੁੰਦੀ ਹੈ ਜਦ ਕਿ ਅਨਆਰਡਰ ਲਿਸਟ ਵਿੱਚ ਆਈਟਮ ਦੀ ਸੂਚੀ ਕ੍ਰਮਵਾਰ ਨਹੀਂ ਹੁੰਦੀ। ਦੂਸਰਾ ਪੁਆਇੰਟ ਹੈ ਆਰਡਰ ਲਿਸਟ ਓਵਲ ਟੈਗ ਨਾਲ ਸ਼ੁਰੂ ਅਤੇ ਓਵਲ ਦੇ ਕਲੋਜ਼ਿੰਗ ਟੈਗ ਨਾਲ ਖਤਮ ਹੁੰਦੀ ਹੈ ਜਦ ਕਿ ਅਨਆਰਡਰ ਲਿਸਟ UL ਟੈਗ ਦੇ ਓਪਨਿੰਗ ਟੈਗ ਨਾਲ ਸ਼ੁਰੂ ਅਤੇ UL ਟੈਗ ਦੇ ਕਲੋਜ਼ਿੰਗ ਟੈਗ ਨਾਲ ਖਤਮ ਹੁੰਦੀ ਹੈ। ਤੀਸਰਾ ਆਰਡਰ ਲਿਸਟ ਇੱਕ ਕੰਟੇਨਰ ਟੈਗ ਹੈ ਜਦ ਕਿ ਅਨਆਰਡਰ ਲਿਸਟ ਵੀ ਇੱਕ ਕੰਟੇਨਰ ਟੈਗ ਹੈ। ਚੌਥਾ ਪੁਆਇੰਟ ਹੈ ਆਰਡਰ ਲਿਸਟ ਵਿੱਚ ਆਈਟਮ ਦੀ ਸੂਚੀ ਨੂੰ ਛੋਟੇ ਵੱਡੇ ਅੱਖਰਾਂ ਨਾਲ, ਰੋਮਨ ਅੰਕਾਂ ਨਾਲ ਅਤੇ ਨੰਬਰ ਨਾਲ ਕ੍ਰਮਵਾਰ ਦਰਸਾਇਆ ਜਾ ਸਕਦਾ ਹੈ ਜਦ ਕਿ ਅਨਆਰਡਰ ਲਿਸਟ ਵਿੱਚ ਆਈਟਮ ਦੀ ਸੂਚੀ ਨੂੰ ਡਿਸਕ, ਸਰਕਲ ਅਤੇ ਸਕੁਏਅਰ ਨਾਲ ਦਰਸਾਇਆ ਜਾ ਸਕਦਾ ਹੈ। ਸੋ ਹੁਣ ਅਸੀਂ ਪਾਠ ਨੰਬਰ 4 HTML ਭਾਗ 3 ਪਾਠ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁਪਸੰਦੀ ਪ੍ਰਸ਼ਨ। ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਡੈਸ਼ ਕਿਸੇ ਵੀ ਸਰੋਤ ਜਾਂ ਫਾਈਲ ਦੀ ਪੂਰੀ ਲੋਕੇਸ਼ਨ ਦਰਸਾਉਂਦਾ ਹੈ। ਅੱਜ ਸਾਡੇ ਕੋਲ ਇਸ ਦੇ ਆਪਸ਼ਨ ਨੇ ਰਿਲੇਟਿਵ, ਐਬਸੋਲਿਊਟ, ਅੰਦਰੂਨੀ ਜਾਂ ਬਾਹਰੀ। ਅੱਜ ਦਾ ਸਹੀ ਉੱਤਰ ਹੈ ਐਬਸੋਲਿਊਟ URL ਕਿਸੇ ਵੀ ਸਰੋਤ ਜਾਂ ਫਾਈਲ ਦੀ ਪੂਰੀ ਲੋਕੇਸ਼ਨ ਨੂੰ ਦਰਸਾਉਂਦਾ ਹੈ। ਦੂਸਰਾ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ ਹੈ ਕਿਹੜਾ ਟੈਗ HTML ਡਾਕੂਮੈਂਟ ਵਿੱਚ ਤਸਵੀਰ ਦਾਖਲ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਸ ਦੇ ਆਪਸ਼ਨ ਨੇ ਪਿਕਚਰ, ਪਿਕ, ਇਮੇਜ ਜਾਂ IMG ਅਤੇ ਇਸ ਦਾ ਸਹੀ ਉੱਤਰ ਹੈ IMG ਟੈਗ HTML ਡਾਕੂਮੈਂਟ ਵਿੱਚ ਤਸਵੀਰ ਦਾਖਲ ਕਰਨ ਲਈ ਵਰਤਿਆ ਜਾਂਦਾ ਹੈ। ਤੀਸਰਾ ਸਾਡੇ ਕੋਲ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਐਟਰੀਬਿਊਟ HTML ਦੇ ਐਂਕਰ ਟੈਗ ਦੁਆਰਾ ਨਹੀਂ ਵਰਤਿਆ ਜਾਂਦਾ ਅਤੇ ਇਸ ਦੇ ਆਪਸ਼ਨ ਨੇ href, src, ਟਾਰਗੇਟ ਜਾਂ ਟਾਈਟਲ ਅਤੇ ਇਸ ਦਾ ਸਹੀ ਉੱਤਰ ਹੈ ਟਾਈਟਲ ਐਟਰੀਬਿਊਟ HTML ਦੇ ਐਂਕਰ ਟੈਗ ਦੁਆਰਾ ਨਹੀਂ ਵਰਤਿਆ ਜਾਂਦਾ। ਅੱਗੇ ਇਸ ਦਾ ਚੌਥਾ ਪ੍ਰਸ਼ਨ ਹੈ ਇੱਕ ਡੈਸ਼ ਲਿੰਕ ਰੂਪ ਵਿੱਚ ਅੰਡਰਲਾਈਨ ਅਤੇ ਜਾਮਨੀ ਰੰਗ ਵਿੱਚ ਦਿਖਾਇਆ ਜਾਂਦਾ ਹੈ ਅਤੇ ਇਸ ਦੇ ਆਪਸ਼ਨ ਹੈ ਅਨਵਿਜ਼ਟਡ ਲਿੰਕ, ਵਿਜ਼ਟਡ ਲਿੰਕ, ਐਕਟਿਵ ਲਿੰਕ, ਇਹਨਾਂ ਵਿੱਚੋਂ ਕੋਈ ਨਹੀਂ ਅਤੇ ਇਸ ਦਾ ਸਹੀ ਉੱਤਰ ਹੈ ਇੱਕ ਵਿਜ਼ਿਟਡ ਲਿੰਕ
ਰੂਪ ਵਿੱਚ ਅੰਡਰਲਾਈਨ ਅਤੇ ਜਾਮਨੀ ਰੰਗ ਵਿੱਚ ਦਿਖਾਇਆ ਜਾਂਦਾ ਹੈ। ਪੰਜਵਾਂ ਸਾਡੇ ਕੋਲ ਪ੍ਰਸ਼ਨ ਹੈ, ਵੈਬ ਸਰਵਰ ਨੂੰ ਫਾਰਮ ਡਾਟਾ ਭੇਜਣ ਲਈ ਕਿਹੜੀ HTML ਵਿਧੀ ਵਰਤੀ ਜਾਂਦੀ ਹੈ? ਅਤੇ ਇਸ ਦੇ ਆਪਸ਼ਨ ਨੇ ਗੈਟ ਅਤੇ ਸੈਟ, ਗੈਟ ਅਤੇ ਪੋਸਟ, ਪੋਸਟ ਅਤੇ ਸੈਂਡ, ਤੇ ਲਾਸਟ ਵਿੱਚ ਹੈ ਗੈਟ ਅਤੇ ਸੈਂਡ। ਅਤੇ ਇਸ ਦਾ ਸਹੀ ਉੱਤਰ ਹੈ ਵੈਬ ਸਰਵਰ ਨੂੰ ਫਾਰਮ ਡਾਟਾ ਭੇਜਣ ਲਈ ਗੈਟ ਅਤੇ ਪੋਸਟ HTML ਵਿਧੀ ਵਰਤੀ ਜਾਂਦੀ ਹੈ। ਅੱਗੇ ਸਾਡਾ 6ਵਾਂ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਫਾਰਮ ਕੰਟਰੋਲ ਵੈਬ ਪੇਜ ਵਿੱਚ ਟੈਕਸਟ ਦੀਆਂ ਕਈ ਲਾਈਨਾਂ ਨੂੰ ਸਵੀਕਾਰ ਕਰਨ ਲਈ ਵਰਤਿਆ ਜਾਂਦਾ ਹੈ? ਅਤੇ ਇਸ ਦੇ ਆਪਸ਼ਨ ਨੇ ਟੈਕਸਟ ਬਾਕਸ, ਡ੍ਰੌਪ ਡਾਊਨ ਬਾਕਸ, ਪਾਸਵਰਡ ਫੀਲਡ ਜਾਂ ਟੈਕਸਟ ਏਰੀਆ। ਅਤੇ ਇਸ ਦਾ ਸਹੀ ਉੱਤਰ ਹੈ ਹੇਠ ਲਿਖਿਆਂ ਵਿੱਚੋਂ ਟੈਕਸਟ ਏਰੀਆ ਫਾਰਮ ਕੰਟਰੋਲ ਵੈਬ ਪੇਜ ਵਿੱਚ ਟੈਕਸਟ ਦੀਆਂ ਕਈ ਲਾਈਨਾਂ ਨੂੰ ਸਵੀਕਾਰ ਕਰਨ ਲਈ ਵਰਤਿਆ ਜਾਂਦਾ ਹੈ। ਅੱਗੇ ਹੁਣ ਅਸੀਂ ਇਸ ਪਾਠ ਦੀਆਂ ਖਾਲਿਸਤਾਵਾਂ ਪਰ ਬਾਰੇ ਪੜਾਂਗੇ, ਜਿਸ ਵਿੱਚ ਪਹਿਲਾ ਹੈ ਰਿਲੇਟਿਵ ਪਾਥ ਡਿਲੀਮੀਟਰ ਮੌਜੂਦਾ ਵਰਕਿੰਗ ਫਾਈਲ ਦੇ ਪੇਰੈਂਟ ਫੋਲਡਰ ਵੱਲ ਇਸ਼ਾਰਾ ਕਰਦਾ ਹੈ। ਅਤੇ ਇਸ ਦਾ ਉੱਤਰ ਹੈ ./। ਦੂਸਰਾ ਹੈ ਹਰੇਕ ਈਮੇਜ ਟੈਗ ਵਿੱਚ ਇੱਕ ਡੈਸ਼ ਐਟਰੀਬਿਊਟ ਹੁੰਦਾ ਹੈ ਜੋ ਵੈਬ ਬਰਾਊਜ਼ਰ ਨੂੰ ਇਹ ਦੱਸਦਾ ਹੈ ਕਿ ਉਹ ਤਸਵੀਰ ਜੋ ਅਸੀਂ ਵੈਬ ਪੇਜ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ ਨੂੰ ਕਿੱਥੋਂ ਲੱਭਣਾ ਹੈ। ਅੱਜ ਦਾ ਸਹੀ ਉੱਤਰ ਹੈ ਹਰੇਕ ਈਮੇਜ ਟੈਗ ਵਿੱਚ ਇੱਕ SRC ਯਾਨੀ ਕਿ ਸੋਰਸ ਐਟਰੀਬਿਊਟ ਹੁੰਦਾ ਹੈ ਜੋ ਵੈਬ ਬਰਾਊਜ਼ਰ ਨੂੰ ਇਹ ਦੱਸਦਾ ਹੈ ਕਿ ਉਹ ਤਸਵੀਰ ਜੋ ਅਸੀਂ ਵੈਬ ਪੇਜ ਵਿੱਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ ਨੂੰ ਕਿੱਥੇ ਲੱਭਣਾ ਹੈ। ਤੀਸਰਾ ਸਾਡੇ ਕੋਲ ਹੈ ਨੇਮਡ ਐਂਕਰ ਨੂੰ ਡੈਸ਼ ਵੀ ਕਿਹਾ ਜਾਂਦਾ ਹੈ। ਅਤੇ ਇਹਦਾ ਸਹੀ ਉੱਤਰ ਹੈ ਨੇਮਡ ਐਂਕਰ ਨੂੰ ਬੁੱਕਮਾਰਕ ਵੀ ਕਿਹਾ ਜਾਂਦਾ ਹੈ। ਚੌਥਾ ਪ੍ਰਸ਼ਨ ਹੈ ਜੇਕਰ ਡੈਸ਼ HTTP ਵਿਧੀ ਨਾਲ ਫਾਰਮ ਸਬਮਿਟ ਕੀਤਾ ਜਾਂਦਾ ਹੈ ਤਾਂ ਵੈਬ ਪੇਜ ਦੇ ਨਤੀਜਿਆਂ ਨੂੰ ਬੁੱਕਮਾਰਕ ਨਹੀਂ ਕੀਤਾ ਜਾ ਸਕਦਾ। ਅਤੇ ਇਸ ਦਾ ਉੱਤਰ ਹੈ ਜੇਕਰ ਪੋਸਟ HTTP ਵਿਧੀ ਨਾਲ ਫਾਰਮ ਸਬਮਿਟ ਕੀਤਾ ਜਾਂਦਾ ਹੈ ਤਾਂ ਵੈਬ ਪੇਜ ਦੇ ਨਤੀਜੇ ਨੂੰ ਬੁੱਕਮਾਰਕ ਨਹੀਂ ਕੀਤਾ ਜਾ ਸਕਦਾ। ਪੰਜਵਾਂ ਪ੍ਰਸ਼ਨ ਹੈ ਡੈਸ਼ ਵੈਬਸਾਈਟ ਨੂੰ ਪੂਰਾ ਕਰਨ ਦੇ ਕਾਰਜਾਂ ਨੂੰ ਤਰਜੀਹ ਦੇਣ ਤੋਂ ਇਲਾਵਾ ਕੁਝ ਨਹੀਂ ਹੁੰਦੀ। ਅਤੇ ਇਸਦਾ ਸਹੀ ਉੱਤਰ ਹੈ ਯੋਜਨਾਬੰਦੀ ਵੈਬਸਾਈਟ ਨੂੰ ਪੂਰਾ ਕਰਨ ਦੇ ਕਾਰਜਾਂ ਨੂੰ ਤਰਜੀਹ ਦੇਣ ਤੋਂ ਇਲਾਵਾ ਕੁਝ ਨਹੀਂ ਹੁੰਦੀ। ਹੁਣ ਅੱਗੇ ਹੁਣ ਅਸੀਂ ਇਸ ਪਾਠ ਦੇ ਪੂਰੇ ਰੂਪ ਬਾਰੇ ਪੜਾਂਗੇ, ਜਿਸ ਵਿੱਚ ਪਹਿਲਾ ਹੈ URL। ਸੋ URL ਦਾ ਪੂਰਾ ਨਾਮ ਹੈ ਯੂਨੀਫਾਰਮ ਰਿਸੋਰਸ ਲੋਕੇਟਰ। ਤੀਸਰਾ ਹੈ href। ਸੋ ਹਰੀਫ ਦਾ ਪੂਰਾ ਨਾਮ ਹੈ ਹਾਈਪਰਟੈਕਸਟ ਰੈਫਰੈਂਸ। ਤੀਸਰਾ ਹੈ ਗਿਫ ਦਾ ਪੂਰਾ ਨਾਮ ਹੈ ਗ੍ਰਾਫਿਕ ਇੰਟਰਚੇਂਜ ਫਾਰਮੈਟ। ਚੌਥਾ ਹੈ SRC ਦਾ ਪੂਰਾ ਨਾਮ ਹੈ ਸੋਰਸ। ਪੰਜਵਾਂ ਹੈ PNG ਦਾ ਪੂਰਾ ਨਾਮ ਹੈ ਪੋਰਟੇਬਲ ਨੈਟਵਰਕ ਗ੍ਰਾਫਿਕਸ। ਛੇਵਾਂ ਹੈ JPEG। ਸੋ JPEG ਦਾ ਪੂਰਾ ਨਾਮ ਹੈ ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ। ਅੱਠਵਾਂ ਹੈ ਲੈਫਟ ਐਂਗਲ ਬ੍ਰੈਕਟ A ਰਾਈਟ ਐਂਗਲ ਬ੍ਰੈਕਟ। ਸੋ ਐਂਕਰ ਟੈਗ ਦਾ ਪੂਰਾ ਨਾਮ ਹੈ ਐਂਕਰ ਟੈਗ। ਨੌਵਾਂ ਹੈ IMG। ਸੋ IMG ਦਾ ਪੂਰਾ ਨਾਮ ਹੈ ਇਮੇਜ ਟੈਗ। ਅੱਗੇ ਹੁਣ ਅਸੀਂ ਇਸ ਪਾਠ ਦੇ ਛੋਟੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਤੁਸੀਂ HTML ਡਾਕੂਮੈਂਟ ਵਿੱਚ ਇੱਕ ਤਸਵੀਰ ਕਿਸ ਤਰ੍ਹਾਂ ਦਾਖਲ ਕਰੋਗੇ? ਸੋ ਵੈਬ ਪੇਜ ਵਿੱਚ ਤਸਵੀਰ ਲਗਾਉਣ ਲਈ IMG ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇੱਕ ਐਮਪਟੀ ਟੈਗ ਹੈ ਅਤੇ ਇਸ ਨੂੰ IMG ਟੈਗ ਨਾਲ ਸ਼ੁਰੂ ਕੀਤਾ ਜਾਂਦਾ ਹੈ ਪਰੰਤੂ ਇਸ ਨੂੰ ਬੰਦ ਨਹੀਂ ਕੀਤਾ ਜਾਂਦਾ। ਸੋ IMG ਟੈਗ ਵਿੱਚ SRC ਐਟਰੀਬਿਊਟ ਦਾ ਪੂਰਾ ਨਾਮ ਸੋਰਸ ਹੁੰਦਾ ਹੈ ਜਿਸ ਵਿੱਚ ਸਾਨੂੰ ਤਸਵੀਰ ਦਾ ਪੂਰਾ ਪਾਥ ਦਰਸਾਉਣਾ ਹੁੰਦਾ ਹੈ ਅਤੇ IMG ਟੈਗ ਦੀ ਮਦਦ ਨਾਲ ਤਸਵੀਰ ਦਾ ਕੋਈ ਵੀ ਫਾਈਲ ਫਾਰਮੈਟ ਜਿਵੇਂ ਕਿ JPEG, PNG, BMP ਜਾਂ GIF ਆਦਿ ਨੂੰ ਵੈਬ ਪੇਜ ਵਿੱਚ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਸੋ ਹੇਠਾਂ ਅਸੀਂ ਇਸ ਦੀ ਉਦਾਹਰਨ ਦੇਖ ਪਾ ਰਹੇ ਹਾਂ ਕਿ ਅਸੀਂ ਇਸਨੂੰ ਕਿਸ ਤਰ੍ਹਾਂ ਵਰਤਾਂਗੇ। ਪਹਿਲਾਂ ਲੈਫਟ ਐਂਗਲ ਬ੍ਰੈਕਟ IMG ਸਪੇਸ ਦੇ ਕੇ SRC ਇਕੁਅਲ ਟੂ ਡਬਲ ਕੋਡ ਵਿੱਚ ਅਸੀਂ ਉਸ ਫਾਈਲ ਦਾ ਪਾਥ ਲਿਖ ਦਾਂਗੇ ਜਿੱਥੇ ਸਾਡੀ ਪਿਕਚਰ ਪਈ ਹੋਈ ਹੈ ਜਿਸ ਨੂੰ ਅਸੀਂ ਆਪਣੀ ਵੈਬਸਾਈਟ ਵਿੱਚ ਸ਼ੋਅ ਕਰਨਾ ਚਾਹੁੰਦੇ ਹਾਂ। ਲਾਸਟ ਵਿੱਚ ਅਸੀਂ ਐਂਗਲ ਬ੍ਰੈਕਟ ਲਗਾ ਦੇਵਾਂਗੇ। ਦੂਸਰਾ ਪ੍ਰਸ਼ਨ ਹਾਈਪਰਲਿੰਕ ਕੀ ਹੁੰਦਾ ਹੈ? ਸੋ ਹਾਈਪਰਲਿੰਕ ਨੂੰ ਲਿੰਕ ਜਾਂ ਹਾਈਪਰਟੈਕਸਟ ਲਿੰਕ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਇੱਕ ਦਸਤਾਵੇਜ਼ ਨੂੰ ਟੈਕਸਟ ਜਾਂ ਚਿੱਤਰ ਰਾਹੀਂ ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਨਾਲ ਜੋੜਿਆ ਜਾ ਸਕਦਾ ਹੈ। ਸੋ ਵੈਬ ਬਰਾਊਜ਼ਰ ਹਾਈਪਰਲਿੰਕ ਨੂੰ ਨੀਲੇ ਰੰਗ ਵਿੱਚ ਪ੍ਰਦਰਸ਼ਿਤ ਕਰਦਾ ਹੈ ਅਤੇ ਇਸ ਦੇ ਹੇਠਾਂ ਲਾਈਨ ਖਿੱਚਦਾ ਹੈ। ਸੋ ਹਾਈਪਰਲਿੰਕ ਰਾਹੀਂ ਹੀ ਇੱਕ ਵੈਬਸਾਈਟ ਦੇ ਵੱਖ-ਵੱਖ ਵੈਬ ਪੇਜਾਂ ਵਿਚਕਾਰ ਲਿੰਕਿੰਗ ਕੀਤੀ ਜਾਂਦੀ ਹੈ। ਸੋ HTML ਡਾਕੂਮੈਂਟ ਵਿੱਚ ਐਂਕਰ ਟੈਗ ਲੈਫਟ ਐਂਗਲ ਬ੍ਰੈਕਟ A ਰਾਈਟ ਐਂਗਲ ਬ੍ਰੈਕਟ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ।
ਸੋ ਇਸ ਦਾ ਸ਼ੁਰੂਆਤੀ ਟੈਗ ਓਪਨਿੰਗ ਐਂਕਰ ਟੈਗ ਅਤੇ ਅਖੀਰਲਾ ਟੈਗ ਕਲੋਜ਼ਿੰਗ ਐਂਕਰ ਟੈਗ ਹੁੰਦਾ ਹੈ। ਸੋ ਜਿਵੇਂ ਤੁਸੀਂ ਸੱਜੇ ਪਾਸੇ ਚਿੱਤਰ ਦੇਖ ਪਾ ਰਹੇ ਹੋ ਤੇ ਸਾਡੇ ਕੋਲ ਇੱਕ ਵੈਬ ਪੇਜ ਹੈ। ਇਸ ਵਿੱਚ ਜਿਹੜਾ ਤੁਸੀਂ ਨੀਲੇ ਅੱਖਰ ਦੇਖ ਪਾ ਰਹੇ ਹੋ ਜਿੱਥੇ ਲਿੰਕ ਟੈਕਸਟ ਲਿਖਿਆ ਹੋਇਆ। ਸੋ ਜਿਵੇਂ ਹੀ ਅਸੀਂ ਇਸ ਲਿੰਕ ਟੈਕਸਟ ਲਾਈਨ ਤੇ ਕਲਿੱਕ ਕਰਾਂਗੇ ਤਾਂ ਸਾਡਾ ਇਹ ਅਗਲਾ ਜਿਹੜਾ ਲਿੰਕ ਡਾਕੂਮੈਂਟ ਹੈ ਉਹ ਸਾਡੀ ਸਕਰੀਨ ਤੇ ਓਪਨ ਹੋ ਜਾਂਦਾ ਹੈ। ਸੋ ਹੁਣ ਅਸੀਂ ਹਾਈਪਰਲਿੰਕ ਦਾ ਸਿੰਟੈਕਸ ਦੇਖ ਲੈਂਦੇ ਹਾਂ। ਇਹਦਾ ਸਿੰਟੈਕਸ ਹੈ ਲੈਫਟ ਐਂਗਲ ਬ੍ਰੈਕਟ A ਸਪੇਸ ਦੇ ਕੇ ਹਰੀਫ ਦਾ ਪੂਰਾ ਨਾਮ ਹੈ ਹਾਈਪਰਟੈਕਸਟ ਰੈਫਰੈਂਸ, ਜੋ ਇਹ ਦੱਸ ਰਿਹਾ ਹੈ ਕਿ ਜੋ ਵੀ ਵੈਬ ਪੇਜ ਅਸੀਂ ਕਨੈਕਟ ਕਰਨਾ ਹੈ ਉਸਦਾ ਪੂਰਾ ਐਡਰੈਸ ਕੀ ਹੈ। ਉਸ ਨੂੰ ਅਸੀਂ ਹਰੀਫ ਦੇ ਨਾਲ ਇਕੁਅਲ ਟੂ ਡਬਲ ਕੋਟ URL ਵਿੱਚ ਦਰਸਾਵਾਂਗੇ। ਸੋ URL ਉਸ ਫਾਈਲ ਦਾ, ਉਸ ਵੈਬ ਪੇਜ ਦਾ ਪੂਰਾ ਪਾਥ ਅਸੀਂ ਇਸ URL ਦੀ ਜਗ੍ਹਾ ਤੇ ਲਿਖ ਦਾਂਗੇ। ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਲਿੰਕ ਟੈਕਸਟ ਵਿੱਚ ਅਸੀਂ ਉਹ ਟੈਕਸਟ ਲਿਖਾਂਗੇ ਜਿਸ ਦੇ ਉੱਪਰ ਅਸੀਂ ਲਿੰਕ ਲਗਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਅਸੀਂ ਐਂਕਰ ਟੈਗ ਦਾ ਕਲੋਜ਼ਿੰਗ ਟੈਗ ਲਗਾ ਦੇਵਾਂਗੇ। ਤੀਸਰਾ ਪ੍ਰਸ਼ਨ ਹੈ ਫਾਰਮ ਕੀ ਹੁੰਦੇ ਹਨ। ਸੋ ਫਾਰਮ ਵੈਬ ਪੇਜ ਦਾ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਯੂਜ਼ਰ ਜਾਣਕਾਰੀ ਭਰਦਾ ਹੈ ਤੇ ਵੈਬ ਪੇਜ ਦੇ ਪ੍ਰਕਾਸ਼ਕਾਂ ਨੂੰ ਭੇਜਦਾ ਹੈ ਅਤੇ ਇਸ ਜਾਣਕਾਰੀ ਵਿੱਚ ਫੀਡਬੈਕ, ਪਰਸਨਲ ਜਾਣਕਾਰੀ, ਸੰਦੇਸ਼, ਸ਼ਿਕਾਇਤ ਆਦਿ ਵੀ ਭਰ ਸਕਦੇ ਹਾਂ। ਸੋ ਫਾਰਮ ਨੂੰ ਫਾਰਮ ਟੈਗ ਦੇ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਫਾਰਮ ਟੈਗ ਇੱਕ ਕੰਟੇਨਰ ਟੈਗ ਹੈ ਅਤੇ ਵੱਖ-ਵੱਖ ਕਿਸਮਾਂ ਦੇ ਫਾਰਮ ਕੰਟਰੋਲ ਨੂੰ ਫਾਰਮ ਦੇ ਓਪਨਿੰਗ ਅਤੇ ਫਾਰਮ ਦੇ ਕਲੋਜ਼ਿੰਗ ਟੈਗ ਵਿਚਕਾਰ ਵਰਤਿਆ ਜਾਂਦਾ ਹੈ। ਚੌਥਾ ਪ੍ਰਸ਼ਨ ਹੈ ਵੈਬ ਫਾਰਮ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਕੰਟਰੋਲ ਦੇ ਨਾਂ ਲਿਖੋ। ਸੋ ਵੈਬ ਫਾਰਮ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਕੰਟਰੋਲ ਹੇਠ ਅਨੁਸਾਰ ਹਨ। ਜਿਸ ਵਿੱਚ ਪਹਿਲਾ ਹੈ ਟੈਕਸਟ ਬਾਕਸ ਕੰਟਰੋਲ, ਦੂਸਰਾ ਟੈਕਸਟ ਏਰੀਆ ਕੰਟਰੋਲ, ਤੀਸਰਾ ਪਾਸਵਰਡ ਫੀਲਡ ਕੰਟਰੋਲ, ਚੌਥਾ ਚੈੱਕ ਬਾਕਸ ਕੰਟਰੋਲ, ਪੰਜਵਾਂ ਰੇਡੀਓ ਬਟਨ ਕੰਟਰੋਲ, ਛੇਵਾਂ ਸਿਲੈਕਸ਼ਨ ਲਿਸਟ ਕੰਟਰੋਲ, ਸੱਤਵਾਂ ਫਾਈਲ ਸਿਲੈਕਸ਼ਨ ਕੰਟਰੋਲ, ਅੱਠਵਾਂ ਬਟਨ ਕੰਟਰੋਲ, ਨੌਵਾਂ ਸਬਮਿਟ ਬਟਨ, 10ਵਾਂ ਰੀਸੈਟ ਬਟਨ। ਅੱਗੇ ਪੰਜਵਾਂ ਪ੍ਰਸ਼ਨ HTML ਫਾਰਮਾਂ ਵਿੱਚ ਵਰਤੇ ਜਾਂਦੇ ਵੱਖੋ ਵੱਖਰੇ ਕਿਸਮਾਂ ਦੇ ਬਟਨ ਕਿਹੜੇ ਹਨ। ਸਾਡੇ ਕੋਲ ਇਹਦਾ ਉੱਤਰ ਹੈ ਬਟਨ ਫਾਰਮਾਂ ਦੇ ਮਹੱਤਵਪੂਰਨ ਐਲੀਮੈਂਟ ਹੁੰਦੇ ਹਨ। ਇਹਨਾਂ ਦੀ ਵਰਤੋਂ ਵੈਬ ਪੇਜ ਤੇ ਕੁਝ ਕਾਰਵਾਈ ਕਰਨ ਲਈ ਕੀਤੀ ਜਾਂਦੀ ਹੈ। ਇਹ ਬਟਨ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਮਹੱਤਵਪੂਰਨ ਬਟਨ ਹੇਠਾਂ ਦਿੱਤੇ ਗਏ ਹਨ, ਜਿਸ ਵਿੱਚ ਪਹਿਲਾ ਹੈ ਸਬਮਿਟ ਬਟਨ। ਸੋ ਇਸ ਬਟਨ ਦੀ ਵਰਤੋਂ ਡਾਟਾ ਫਾਰਮ ਨੂੰ ਵੈਬ ਸਰਵਰ ਕੋਲ ਭੇਜਣ ਲਈ ਕੀਤੀ ਜਾਂਦੀ ਹੈ। ਦੂਸਰਾ ਰੀਸੈਟ ਬਟਨ। ਸੋ ਇਸ ਬਟਨ ਦੀ ਵਰਤੋਂ ਡਾਟਾ ਫਾਰਮ ਦੇ ਮੁੱਲਾਂ ਨੂੰ ਕਲੀਅਰ ਕਰਨ ਲਈ ਕੀਤੀ ਜਾਂਦੀ ਹੈ। ਤੀਸਰਾ ਹੈ ਬਟਨ। ਸੋ ਇਸ ਦੀ ਵਰਤੋਂ ਜਾਵਾਸਕ੍ਰਿਪਟ ਫੰਕਸ਼ਨ ਕੋਡ ਨੂੰ ਵਰਤਣ ਲਈ ਕੀਤੀ ਜਾਂਦੀ ਹੈ। ਚੌਥਾ ਹੈ ਇਮੇਜ ਬਟਨ। ਸੋ ਇਸ ਦੀ ਵਰਤੋਂ ਆਮ ਤੌਰ ਤੇ ਹਾਈਪਰਲਿੰਕ ਬਣਾਉਣ ਲਈ ਕੀਤੀ ਜਾਂਦੀ ਹੈ। ਅੱਗੇ ਹੁਣ ਅਸੀਂ ਇਸ ਪਾਠ ਦੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ URL ਕੀ ਹੈ। URL ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ। ਸੋ URL ਦਾ ਪੂਰਾ ਨਾਮ ਯੂਨੀਫਾਰਮ ਰਿਸੋਰਸ ਲੋਕੇਟਰ ਹੁੰਦਾ ਹੈ ਅਤੇ URL ਨੂੰ ਵੈਬ ਐਡਰੈਸ ਵੀ ਕਹਿੰਦੇ ਹਨ ਅਤੇ URL ਦੀ ਵਰਤੋਂ ਸਰਵਰ ਕੰਪਿਊਟਰਾਂ ਤੇ ਸਟੋਰ ਕੀਤੇ ਗਏ ਵੈਬ ਪੇਜਾਂ, ਟੈਕਸਟ ਡਾਕੂਮੈਂਟ ਅਤੇ ਵੱਖ-ਵੱਖ ਮੀਡੀਆ ਆਦਿ ਨੂੰ ਲੱਭਣ ਲਈ ਇਸ ਦੀ ਵਰਤੋਂ ਕਰਦੇ ਹਾਂ। ਅਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਆਪਣੇ ਵੈਬ ਬਰਾਊਜ਼ਰ ਦੇ ਰਾਹੀਂ ਕਿਸੇ ਵੀ ਵੈਬਸਾਈਟ ਨੂੰ ਖੋਲ੍ਹਣ ਲਈ URL ਦੀ ਵਰਤੋਂ ਕਰਕੇ ਹੀ ਉਸ ਤੱਕ ਪਹੁੰਚ ਕਰ ਪਾਉਂਦੇ ਹਾਂ ਅਤੇ ਇੰਟਰਨੈਟ ਤੇ ਮੌਜੂਦ ਹਰ ਇੱਕ ਵੈਬਸਾਈਟ ਦਾ ਆਪਣਾ ਇੱਕ ਵਿਲੱਖਣ URL ਹੁੰਦਾ ਹੈ। ਸੋ ਉਦਾਹਰਨ ਦੇ ਲਈ ਜੇਕਰ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਨੂੰ ਖੋਲ੍ਹਣਾ ਹੋਵੇ ਤਾਂ ਅਸੀਂ ਇਸ ਦੇ ਲਈ URL http://www.pseb.ac.in/ ਇਸ URL ਦੀ ਵਰਤੋਂ ਕਰਦੇ ਹਾਂ। ਸੋ ਅੱਗੇ ਹੁਣ URL ਦੀਆਂ ਵੱਖ-ਵੱਖ ਕਿਸਮਾਂ ਬਾਰੇ ਅਸੀਂ ਪੜਾਂਗੇ। ਸੋ URL ਦੀ ਸਾਡੇ ਕੋਲ ਦੋ ਕਿਸਮਾਂ ਹੈ, ਜਿਸ ਵਿੱਚ ਪਹਿਲਾ ਹੈ ਐਬਸੋਲਿਊਟ URL। ਸੋ ਜੇਕਰ ਅਸੀਂ ਕਿਸੇ ਵੈਬਸਾਈਟ ਦੇ ਕਿਸੇ ਖਾਸ ਵੈਬ ਪੇਜ ਨੂੰ ਖੋਲ੍ਹਣਾ ਹੋਵੇ ਤਾਂ ਸਾਨੂੰ ਆਪਣੇ ਵੈਬ ਬਰਾਊਜ਼ਰ ਦੇ ਐਡਰੈਸ ਬਾਰ ਵਿੱਚ ਉਸ ਵੈਬ ਪੇਜ ਦਾ URL ਲਿਖਣਾ ਪੈਂਦਾ ਹੈ। ਐਬਸੋਲਿਊਟ URL ਕਿਸੇ ਸਰੋਤ ਜਾਂ ਫਾਈਲ ਦੇ ਪੂਰੀ ਲੋਕੇਸ਼ਨ ਨੂੰ ਦਰਸਾਉਂਦਾ ਹੈ। ਉਦਾਹਰਨ ਦੇ ਲਈ http://www.site.com/pic.jpeg। ਸੇ ਪੂਰਾ URL ਇੱਕ ਐਬਸੋਲਿਊਟ URL ਨੂੰ ਦਰਸਾ ਰਿਹਾ ਹੈ। ਦੂਸਰਾ ਸਾਡੇ ਕੋਲ ਹੈ ਰਿਲੇਟਿਵ URL। ਸੋ ਰਿਲੇਟਿਵ URL ਦੀ ਵਰਤੋਂ ਹਮੇਸ਼ਾ ਐਬਸੋਲਿਊਟ URL ਨੂੰ ਛੋਟਾ ਕਰਨ ਲਈ ਕਰਦੇ ਹਾਂ। ਇੱਕ ਰਿਲੇਟਿਵ URL ਮੌਜੂਦਾ ਵੈਬ ਪੇਜ ਦੀ ਲੋਕੇਸ਼ਨ ਅਨੁਸਾਰ ਹੋਰ ਸਰੋਤਾਂ ਜਾਂ ਫਾਈਲਾਂ ਦੇ ਪਾਥ ਦਾ ਵਰਣਨ ਕਰਦਾ ਹੈ। ਇਹਨਾਂ URL ਲਈ ਵੈਬ ਬਰਾਊਜ਼ਰ ਨੂੰ ਸਰਵਰ ਦੇ ਨਾਮ ਜਾਂ ਪ੍ਰੋਟੋਕੋਲ ਦੀ ਲੋੜ ਨਹੀਂ ਹੁੰਦੀ। ਇਸ ਦਾ ਮੁੱਖ ਫਾਇਦਾ ਇਹ ਹੈ ਕਿ ਵੈਬ ਸਰਵਰ ਜਾਂ ਲੋਕਲ ਡਾਇਰੈਕਟਰੀ ਸਿਸਟਮ ਉੱਪਰ ਲੋੜੀਂਦੇ ਸਰੋਤ ਜਾਂ ਫਾਈਲ ਦੁਆਰਾ ਆਪਣੀ ਲੋਕੇਸ਼ਨ ਬਦਲਣ ਉਪਰੰਤ
ਇਸ ਕਿਸਮ ਦੇ URL ਦਾ ਪਾਥ ਆਪਣੇ ਆਪ ਬਦਲ ਜਾਂਦਾ ਹੈ। ਸੋ ਉਦਾਹਰਨ ਦੇ ਲਈ ./pic.jpeg ਰਿਲੇਟਿਵ URL ਨੂੰ ਦਰਸਾ ਰਿਹਾ ਹੈ। ਅੱਗੇ ਸਾਡਾ ਦੂਜਾ ਆਪਰੇਸ਼ਨ ਹੈ, ਵੈਬ ਫਾਰਮ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਟੈਕਸਟ ਇਨਪੁਟ ਕੰਟਰੋਲ ਦਾ ਵਰਣਨ ਕਰੋ। ਸੋ ਵੈਬ ਫਾਰਮ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਟੈਕਸਟ ਇਨਪੁਟ ਕੰਟਰੋਲ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਟੈਕਸਟ ਬਾਕਸ ਜਾਂ ਟੈਕਸਟ ਫੀਲਡ ਕੰਟਰੋਲ। ਸੋ ਟੈਕਸਟ ਬਾਕਸ ਜਾਂ ਟੈਕਸਟ ਫੀਲਡ ਕੰਟਰੋਲ ਦੀ ਵਰਤੋਂ ਯੂਜ਼ਰ ਤੋਂ ਇੱਕ ਸਿੰਗਲ ਲਾਈਨ ਵਿੱਚ ਡਾਟਾ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ। ਇਸ ਕੰਟਰੋਲ ਨੂੰ ਬਣਾਉਣ ਲਈ ਇਨਪੁਟ ਟੈਗ ਨੂੰ ਵਰਤਿਆ ਜਾਂਦਾ ਹੈ। ਟਾਈਪ ਇਨਪੁਟ ਟੈਗ ਦਾ ਐਟਰੀਬਿਊਟ ਹੈ, ਜਿਸ ਦੀ ਵਰਤੋਂ ਇਨਪੁਟ ਟੈਗ ਵਿੱਚ ਇਨਪੁਟ ਦੀ ਕਿਸਮ ਨੂੰ ਨਿਰਧਾਰਿਤ ਕਰਨ ਲਈ ਵਰਤਦੇ ਹਾਂ। ਸੋ ਟੈਕਸਟ ਬਾਕਸ ਕੰਟਰੋਲ ਫਾਰਮ ਦੇ ਓਪਨਿੰਗ ਅਤੇ ਫਾਰਮ ਦੇ ਕਲੋਜ਼ਿੰਗ ਟੈਗ ਦੇ ਵਿਚਕਾਰ ਵਰਤਿਆ ਜਾਂਦਾ ਹੈ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਇਨਪੁਟ ਟਾਈਪ ਇਕੁਅਲ ਟੂ ਡਬਲ ਕੋਟ ਵਿੱਚ ਟੈਕਸਟ। ਦੂਸਰਾ ਹੈ ਪਾਸਵਰਡ ਫੀਲਡ ਕੰਟਰੋਲ। ਸੋ ਪਾਸਵਰਡ ਫੀਲਡ ਕੰਟਰੋਲ ਵੀ ਟੈਕਸਟ ਇਨਪੁਟ ਕੰਟਰੋਲ ਦੀ ਤਰ੍ਹਾਂ ਹੀ ਹੈ, ਪਰ ਇਸ ਵਿੱਚ ਟਾਈਪ ਕੀਤਾ ਗਿਆ ਡਾਟਾ ਮਾਸਕਿੰਗ ਵਿਧੀ ਰਾਹੀਂ ਖਾਸ ਅੱਖਰਾਂ ਵਿੱਚ ਬਦਲ ਜਾਂਦਾ ਹੈ। ਸੋ ਪਾਸਵਰਡ ਫੀਲਡ ਕੰਟਰੋਲ ਦੀ ਵਰਤੋਂ ਵੈਬ ਪੇਜਾਂ ਵਿੱਚ ਪਾਸਵਰਡ ਜਾਂ ਬੈਂਕ ਖਾਤੇ ਆਦਿ ਸੁਰੱਖਿਅਤ ਜਾਣਕਾਰੀ ਨੂੰ ਸਵੀਕਾਰ ਕਰਨ ਲਈ ਵਰਤਦੇ ਹਾਂ। ਇਸ ਵਿੱਚ ਅਸੀਂ ਟਾਈਪ ਐਟਰੀਬਿਊਟ ਦੇ ਮੁੱਲ ਨੂੰ ਪਾਸਵਰਡ ਸੈੱਟ ਕਰਦੇ ਹਾਂ ਅਤੇ ਇਸ ਕੰਟਰੋਲ ਨੂੰ ਬਣਾਉਣ ਲਈ ਇਨਪੁਟ ਟੈਗ ਨੂੰ ਵਰਤਿਆ ਜਾਂਦਾ ਹੈ। ਉਦਾਹਰਨ ਦੇ ਲਈ ਪਹਿਲਾਂ ਅਸੀਂ ਇੱਕ ਲੇਬਲ ਲਿਖਿਆ ਹੈ ਪਾਸਵਰਡ, ਉਸ ਤੋਂ ਬਾਅਦ ਲੈਫਟ ਐਂਗਲ ਬ੍ਰੈਕਟ ਇਨਪੁਟ ਅਤੇ ਟਾਈਪ ਹੈ ਇਸ ਦੀ ਪਾਸਵਰਡ, ਨੇਮ ਅਸੀਂ ਇਸ ਦਾ ਰੱਖ ਦਿੱਤਾ ਹੈ ਫੁੱਲ ਨੇਮ, ਸਾਈਜ਼ ਇਸ ਪਾਸਵਰਡ ਫੀਲਡ ਦਾ ਅਸੀਂ ਰੱਖਿਆ ਹੈ 20, ਮੈਕਸ ਲੈਂਥ ਹੈ ਇਸਦੀ 40। ਉਸ ਤੋਂ ਬਾਅਦ ਅਸੀਂ ਰਾਈਟ ਐਂਗਲ ਬ੍ਰੈਕਟ ਨੂੰ ਕਲੋਜ਼ ਕਰ ਦਿੱਤਾ ਹੈ। ਤੀਸਰਾ ਹੈ ਟੈਕਸਟ ਏਰੀਆ ਕੰਟਰੋਲ। ਸੋ ਜਦੋਂ ਯੂਜ਼ਰ ਤੋਂ ਇੱਕ ਤੋਂ ਜ਼ਿਆਦਾ ਲਾਈਨਾਂ ਵਿੱਚ ਡਾਟਾ ਸਵੀਕਾਰ ਕਰਵਾਉਣ ਦੀ ਲੋੜ ਮਹਿਸੂਸ ਹੋਵੇ ਤਾਂ ਟੈਕਸਟ ਏਰੀਆ ਕੰਟਰੋਲ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਟੈਕਸਟ ਏਰੀਆ ਕੰਟਰੋਲ ਦੀ ਵਰਤੋਂ ਕਰਕੇ ਅਸੀਂ ਯੂਜ਼ਰ ਕੋਲੋਂ ਐਡਰੈਸ ਸੰਬੰਧੀ ਜਾਣਕਾਰੀ, ਫੀਡਬੈਕ ਅਤੇ ਕਮੈਂਟ ਆਦਿ ਨਾਲ ਸੰਬੰਧਿਤ ਜਾਣਕਾਰੀ ਸਵੀਕਾਰ ਕੀਤੀ ਜਾ ਸਕਦੀ ਹੈ। ਇਸ ਕੰਟਰੋਲ ਨੂੰ ਬਣਾਉਣ ਲਈ ਟੈਕਸਟ ਏਰੀਆ ਟੈਗ ਵਰਤਿਆ ਜਾਂਦਾ ਹੈ ਅਤੇ ਇਸ ਕੰਟਰੋਲ ਨੂੰ ਬਣਾਉਣ ਲਈ ਇਨਪੁਟ ਟੈਗ ਨੂੰ ਵਰਤਿਆ ਜਾਂਦਾ ਹੈ। ਸੋ ਇਸ ਦੀ ਉਦਾਹਰਨ ਹੈ ਲੈਫਟ ਐਂਗਲ ਬ੍ਰੈਕਟ ਟੈਕਸਟ ਏਰੀਆ ਰੋਜ਼ ਡਬਲ ਕੋਡ ਵਿੱਚ 5, ਕੋਲਸ ਡਬਲ ਕੋਡ ਵਿੱਚ 30, ਨੇਮ ਇਸ ਦਾ ਹੈ ਮੈਸੇਜ। ਉਸ ਤੋਂ ਬਾਅਦ ਅਸੀਂ ਰਾਈਟ ਐਂਗਲ ਬ੍ਰੈਕਟ ਨੂੰ ਕਲੋਜ਼ ਕਰ ਦਿੱਤਾ। ਇਸ ਤੋਂ ਬਾਅਦ ਟੈਕਸਟ ਏਰੀਆ ਨੂੰ ਵੀ ਇਸ ਦਾ ਕਲੋਜ਼ਿੰਗ ਟੈਗ ਅਸੀਂ ਲਗਾ ਦਿੱਤਾ ਹੈ। ਅੱਗੇ ਇਸ ਦਾ ਤੀਸਰਾ ਪ੍ਰਸ਼ਨ ਹੈ ਵੈਬ ਡਿਵੈਲਪਮੈਂਟ ਦੇ ਵੱਖ-ਵੱਖ ਪੜਾਅ ਕਿਹੜੇ ਹੁੰਦੇ ਹਨ। ਸੋ ਵੈਬ ਡਿਵੈਲਪਮੈਂਟ ਦੇ ਵੱਖ-ਵੱਖ ਪੜਾਅ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਜਾਣਕਾਰੀ ਇਕੱਠੀ ਕਰਨਾ। ਸੋ ਇਸ ਵਿੱਚ ਗ੍ਰਾਹਕਾਂ ਦੀ ਜ਼ਰੂਰਤ ਨੂੰ ਸਮਝਣਾ, ਉਹਨਾਂ ਦੀ ਜ਼ਰੂਰਤਾਂ ਦੀ ਪਹਿਚਾਣ ਕਰਨਾ ਅਤੇ ਸੰਪੂਰਨ ਹੱਲ ਪ੍ਰਦਾਨ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ ਸ਼ਾਮਲ ਹੁੰਦਾ ਹੈ। ਦੂਸਰਾ ਇਸ ਦਾ ਪੜਾਅ ਹੈ ਯੋਜਨਾਬੰਦੀ। ਸੋ ਯੋਜਨਾਬੰਦੀ ਵੈਬਸਾਈਟ ਨੂੰ ਪੂਰਾ ਕਰਨ ਦੇ ਕਾਰਜਾਂ ਨੂੰ ਤਰਜੀਹ ਦੇਣ ਤੋਂ ਇਲਾਵਾ ਕੁਝ ਨਹੀਂ ਹੁੰਦੀ। ਸਾਰੀ ਯੋਜਨਾਬੰਦੀ ਪ੍ਰਕਿਰਿਆ ਵਿੱਚ ਗ੍ਰਾਹਕ ਦੀ ਸ਼ਮੂਲੀਅਤ ਕਰਵਾਈ ਜਾਂਦੀ ਹੈ ਅਤੇ ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਗ੍ਰਾਹਕ ਨੂੰ ਵੀ ਨਾਲ ਹੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦਾ ਤੀਸਰਾ ਪੜਾਅ ਹੈ ਡਿਜ਼ਾਈਨ ਅਤੇ ਲੇਆਊਟ। ਇਸ ਪੜਾਅ ਵਿੱਚ ਵੈਬਸਾਈਟ ਦੀ ਦਿੱਖ ਨਿਰਧਾਰਿਤ ਕੀਤੀ ਜਾਂਦੀ ਹੈ। ਵੈਬ ਡਿਜ਼ਾਈਨਰ ਪ੍ਰੋਜੈਕਟ ਦੀ ਲੋੜ ਅਨੁਸਾਰ ਗ੍ਰਾਫਿਕਸ, ਟਾਈਪੋਗ੍ਰਾਫੀ, ਰੰਗ, ਐਨੀਮੇਸ਼ਨ, ਬਟਨ, ਡ੍ਰੌਪ ਡਾਊਨ ਅਤੇ ਪੌਪ-ਅਪ ਮੈਨੂ ਆਦਿ ਦੀ ਚੋਣ ਕਰਦਾ ਹੈ। ਅੱਜ ਦਾ ਚੌਥਾ ਪੜਾਅ ਹੈ ਡਿਵੈਲਪਮੈਂਟ। ਇਸ ਪੜਾਅ ਵਿੱਚ ਵੈਬਸਾਈਟ ਨੂੰ ਬਣਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਂਦਾ ਹੈ ਅਤੇ ਸਾਰੇ ਤੱਤ ਇੱਕ ਕਾਰਜਸ਼ੀਲ ਵੈਬਸਾਈਟ ਨੂੰ ਬਣਾਉਣ ਲਈ ਵਰਤੇ ਜਾਂਦੇ ਹਨ। ਸੋ ਡਿਵੈਲਪਮੈਂਟ ਦੀ ਪ੍ਰਕਿਰਿਆ ਵੈਬਸਾਈਟ ਦੇ ਹੋਮ ਪੇਜ ਤੋਂ ਇਸ ਦੇ ਅੰਦਰੂਨੀ ਵੈਬ ਪੇਜਾਂ ਨੂੰ ਤਿਆਰ ਕਰਨ ਤੱਕ ਚੱਲਦੀ ਹੈ ਅਤੇ ਇਹਨਾਂ ਨੂੰ ਤਿਆਰ ਕਰਨ ਲਈ ਵੱਖ-ਵੱਖ ਪ੍ਰੋਗਰਾਮਿੰਗ ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ। ਪੰਜਵਾਂ ਹੈ ਟੈਸਟਿੰਗ ਅਤੇ ਲਾਂਚ। ਸੋ ਵੈਬ ਡਿਵੈਲਪਮੈਂਟ ਦੇ ਮੁਕੰਮਲ ਹੋਣ ਤੋਂ ਬਾਅਦ ਵੈਬਸਾਈਟ ਨੂੰ ਵੱਖ-ਵੱਖ ਪਲੇਟਫਾਰਮਾਂ ਉੱਪਰ ਇਸ ਦੀ ਜਾਂਚ ਕੀਤੀ ਜਾਂਦੀ ਹੈ। ਸੋ ਵੈਬਸਾਈਟ ਦੀ ਜਾਂਚ ਸਫਲਤਾਪੂਰਵਕ ਹੋਣ ਤੇ ਇਸ ਨੂੰ ਜਨਤਕ ਵਿਊ ਲਈ ਲਾਂਚ ਕਰ ਦਿੱਤਾ ਜਾਂਦਾ ਹੈ। ਅਤੇ ਇਸ ਦਾ ਲਾਸਟ ਪੜਾਅ ਹੈ ਰੱਖ ਰਖਾਵ। ਸੋ ਰੱਖ ਰਖਾਵ ਦਾ ਅਰਥ ਹੈ ਵੈਬਸਾਈਟ ਦੇ ਕੰਟੈਂਟ ਅਤੇ ਡਿਜ਼ਾਈਨ ਨੂੰ ਯੂਜ਼ਰ ਦੀ ਲੋੜ ਅਨੁਸਾਰ ਅਪਡੇਟ ਕਰਨਾ। ਸੋ ਵੈਬਸਾਈਟ ਦਾ ਰੱਖ ਰਖਾਵ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਸੋ ਰੱਖ ਰਖਾਵ ਪ੍ਰੋਸੈਸ ਵਿੱਚ ਯੂਜ਼ਰ ਵੱਲੋਂ ਲਗਾਤਾਰ ਵੈਬਸਾਈਟ ਦੇ ਵਿੱਚ ਕੁਝ ਨਾ ਕੁਝ ਤਬਦੀਲੀ ਕੀਤੀ ਜਾਂਦੀ ਹੈ ਤਾਂ ਕਿ ਇਸ ਤੱਕ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਵਿਊਅਰਸ ਹੈ ਉਹਨਾਂ ਦੀ ਜਿਹੜੀ ਪਹੁੰਚ ਹੈ ਉਹ ਬਣਾਈ ਰੱਖੀ ਜਾ ਸਕੇ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅਤੇ ਤੁਸੀਂ ਚਾਹੁੰਦੇ ਹੋ ਵੀ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਨਵੀਆਂ ਕੰਪਿਊਟਰ ਦੇ ਨਾਲ ਸੰਬੰਧਿਤ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੇ ਰਹੇ ਤਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਲਾਈਕ
ਅਤੇ ਇਸ ਵੀਡੀਓ ਨੂੰ ਆਪਣੇ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।